ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ। रूप रंग अर रेख भेख को कह न सकत केह। अचल मूरत अनुभव प्रकाश अमितोज कहिजै। कोट इंद्र इंद्रान शाहे शाहान गनिजै। त्रिभवन महीप सुर नर असुर नीत नीत बन तृण कहत। तव सर्व नाम कथै कवण कर्म नाम बरनत सुमत। हर की गत न को जानै जोगी जति तपी पचहारे अरबो लोग सियाने रहाओ। छिन मैं राव रंक को करई राव रंक कर डारे। रीते परे परे सख नावै यह ताको व्यवहारे। अपनी माया आप पसारी आपे देखन हारा। नाना रूप धरे बहुरंगी सब ते रहै न्यारा। अगणत अपार अलख निरंजन जिह सब जग परमायो। सगल भरम तज नानक प्राणी। चरण ताहे चित लायो। सगल परम तज नानक प्राणी। चरण ताहे चित लायो। प्रभ जू तो कह लाज हमारी। नीलकंठ नर हर नारायण नील बसन बनवारी। परम पुरख परमेश्वर स्वामी पावन पौन आहारी। माधव महाजोत मद मर्दन मान मुकंद मुरारी। निर्विकार निर्जुर निंद्रा बिन निर्भिख नक निवारी। कृपा सिंध काल त्रयदर्शी को कृत प्राणासनकारी। धनर पान त्रित मान तरातर अन विकार असतारी। हाँ मत मंद चरण शरणागत कर गह लेहो उबारी। हम अवगुण परे एक गुण नाही। अमृत छाड़ बिखा बिख माया मोह परम पै फूले। सुत दारा स्यों प्रीत लगाई। एक उत्तम पंथ सुन तह मिलंत जम त्रास मिटाई। एक अरदास पाठ कीरत की। गुर रामदास राखो शरण। सुको टल गुर सेविया
ਅਹਨਿਸ ਸਹਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮੰਦੀ ਨੂਰ ਅਰਸੋਂ ਕੁਰਸੋਂ ਚੱਟੀਐ। ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੋਹੀ ਮਹੱਲਾ ਤੀਜਾ। ਘਰ ਦਸਵਾ। ਦੁਨੀਆ ਨਾ ਸਾਲਾਹੇ ਜੋ ਮਰ ਵੰਜਸੀ। ਲੋਕਾ ਨਾ ਸਾਲਾਹੇ ਜੋ ਮਾਰ ਖਾਕ ਥੀ। ਦੁਨੀਆ ਨਾ ਸਾਲਾਹੇ ਜੋ ਮਾਰ ਵੰਜਸੇ। ਲੋਕਾ ਨਾ ਸਾਲਾਹੇ ਜੋ ਮਾਰ ਖਾਕ ਥੀ। ਵਾਹ ਮੇਰੇ ਸਾਹਿਬਾ ਵਾਹ। ਗੁਰਮੁਖ ਸਦਾ ਸਲਾਹੀਐ ਸੱਚਾ ਬੇਪਰਵਾਹ ਰਹਾਉ। ਦੁਨੀਆ ਕੇਰੀ ਦੋਸਤੇ ਮਨ ਮੁਖ ਦੰਡ ਮਰਾਨਾ। ਜਾਮਪੁਰ ਬੱਧੇ ਮਾਰੀਐ ਬੇਲਾ ਨਾ ਲਾਹਾਨਾ। ਗੁਰਮੁਖ ਜਨਮ ਸਕਾਰਥਾ ਸੱਚਾ ਸ਼ਬਦ ਲਗਾਨਾ। ਆਤਮ ਰਾਮ ਪਰਗਾਸਿਆ ਸਹਿਜ ਸੁਖ ਰਹਾਨਾ। ਗੁਰ ਕਾ ਸ਼ਬਦ ਬਿਸਾਰਿਆ ਦੂਜੈ ਪਾਏ ਰਚਨਾ। ਤ੍ਰਿਸ਼ਨਾ ਭੁੱਖ ਨਾ ਉਤਰੈ ਆਨ ਦਿਨ ਜਲਤ ਫਿਰਾਨਾ। ਦੁਸ਼ਟਾਂ ਨਾਲ ਦੋਸਤੇ ਨਾਲ ਸੰਤਾਂ ਬੈਰ ਕਰਾਨਾ। ਆਪ ਡੁੱਬੇ ਕੁਟੰਬ ਸਿਓ ਸਗਲੇ ਕੁਲ ਡੋਬਾਨਾ। ਦੁਸ਼ਟਾਂ ਨਾਲ ਦੋਸਤੇ ਨਾਲ ਸੰਤਾਂ ਬੈਰ ਕਰਾਨਾ। ਆਪ ਡੁੱਬੇ ਕੁਟੰਬ ਸਿਓ ਸਗਲੇ ਕੁਲ ਡੋਬਾਨਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਚਵਰ ਛਤਰ ਤਖਤਾਂ ਦੇ ਮਾਲਕ ਸਾਹਿਬ ਜੀ ਦੇ ਪਾਵਨ ਗੋਦ ਦੇ ਅੰਦਰ ਮਿਲ ਬੈਠ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੁਕੱਦਸ ਸਥਾਨ ਤੇ ਗੁਰਦੇਵ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਿਲ ਬੈਠ ਕਰਕੇ ਪਾਵਨ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਾਂ। ਔਰ ਰੋਜ਼ਾਨਾ ਨੇਮ ਦੇ ਨਾਲ ਜੋ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਆਉਂਦਾ ਹੈ, ਸਮਾਂ ਹੈ ਗੁਰ ਸ਼ਬਦ ਵਿਚਾਰ ਦਾ। ਗੁਰ ਕਿਆ ਕਹੈ ਕਰੈ ਹਮ ਕਹਾਂ, ਵਾਰ ਵਾਰ ਮਨ ਮੋਰੋ ਮਹਾ। ਆਪਣੇ ਮਨ ਨੂੰ ਉਸ ਪਾਸੇ ਵੱਲ ਮੋੜਨਾ ਕਿ ਸਤਿਗੁਰੂ ਜੀ ਦਾ ਸ਼ਬਦ ਸਾਨੂੰ ਕੀ ਕਰਨ ਵਾਸਤੇ ਪ੍ਰੇਰਿਤ ਕਰਦਾ ਹੈ, ਤਥਾ ਹੇ ਭਾਈ ਤੂੰ ਕੀ ਕਰ ਰਿਹਾ ਹੈ। ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਸ਼ਬਦ ਵਿਚਾਰ ਦਾ ਸਮਾਂ ਹੈ। ਔਰ ਜੋ ਪਾਵਨ ਪਵਿੱਤਰ ਮੁਬਾਰਕ ਸ਼ਬਦ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਮੇਰੀ ਤੁਹਾਡੀ ਸਭਨਾ ਦੀ ਝੋਲੀ ਵਿੱਚ ਬਖਸ਼ਿਸ਼ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਬਾਬਤ ਭੱਟ ਸਾਹਿਬਾਨ ਜੀ ਬਚਨ ਲਿਖਦੇ ਹਨ, ਚਰਨ ਤਾਂ ਪਰ ਸਕਿਆਥ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰ ਸਕਿਆਥ ਹੱਥ ਲੱਗੈ ਗੁਰ ਅਮਰ ਪੈ, ਜੀ ਤਾਂ ਪਰ ਸਕਿਆਥ ਜਿਹੀ ਗੁਰ ਅਮਰ ਪਨੀਜੈ। ਨੈਣ ਤਾਂ ਪਰ ਸਕਿਆਥ ਨੈਣ ਗੁਰ ਅਮਰ ਪਖੀਜੈ, ਜਿੱਥੇ ਬਚਨ ਲਿਖਦੇ ਹਨ ਕਿ ਸਕਿਆਥ ਸੋ ਹੀਓ ਜਿਤ ਹੀ ਵਸੈ ਗੁਰ ਅਮਰਦਾਸ, ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਐਸੇ ਦੀਨ ਦਿਆਲ ਪਾਤਸ਼ਾਹ ਧੰਨ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਥਾਵਿਆਂ ਦੀ ਥਾਂ, ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਰਾਗ ਸੂਹੀ ਅੰਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਮੁਬਾਰਕ ਅੰਗ 755 756 ਉੱਪਰ ਇਹ ਸ਼ਬਦ ਸੁਸ਼ੋਭਿਤ ਹੈ। ਸ਼ਬਦ ਦਾ ਆਕਾਰ ਕੁਝ ਇੱਕ ਲਮੇਰਾ ਹੈ, 34 ਬੰਦ ਹਨ ਸ਼ਬਦ ਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਰਹਿਮਤ ਵਰਤਾਈ ਹੈ ਮੁਬਾਰਕ ਸ਼ਬਦ ਅੰਦਰ, ਤਾਕੀਦ ਕੀਤੀ ਗੁਰਦੇਵ ਜੀ ਨੇ ਕਿ ਹੇ ਭਾਈ, ਦੁਨੀਆ ਦੀਆਂ ਫੋਕੀਆਂ ਵਡਿਆਈਆਂ ਦੇ ਅੰਦਰ ਦੁਨੀਆ ਨੂੰ ਨਾ ਸਾਲਾ, ਜੇ ਸਲਾਉਣਾ ਹੈ ਸ਼ੋਭਾ ਕਰਨੀ ਹੈ ਤਾਂ ਉਸ ਵੱਡੇ ਪਰਿਪੂਰਨ ਪਰਮਾਤਮਾ ਦੀ ਕਰ, ਕਿਉਂਕਿ ਇਹ ਮਨ ਜੈਸਾ ਸੇਵੈ ਤੈਸਾ ਹੋਵੈ। ਇਹ ਵੀ ਸਤਿਗੁਰੂ ਜੀ ਨੇ ਸ਼ਬਦ ਦੇ ਅੰਦਰ ਦ੍ਰਿੜ ਕਰਵਾਇਆ ਕਿ ਜਿੱਦਾਂ ਦੇ ਨੂੰ ਤੂੰ ਸੇਵੇਂਗਾ, ਜਿਵੇਂ ਦੇ ਤੂੰ ਸੇਵਾ ਕਰੇਂਗਾ। ਕੁਦਰਤੀ ਗੱਲ ਹੈ ਵੀ ਤੇਰਾ ਸੁਭਾਅ ਉਦਾਂ ਦਾ ਘਾੜਤ ਘੜਿਆ ਜਾਏਗਾ। ਜੋ ਸ਼ਬਦ ਦਾ ਸਮੁੱਚਾ ਭਾਵ ਅਰਥ ਦੇ ਤੌਰ ਤੇ ਰਹਾਉ ਦੀਆਂ ਪੰਕਤੀਆਂ ਤੋਂ ਆਪਾਂ ਆਰੰਭ ਕਰ ਲਈਏ ਵੀ ਜਿੱਦਾਂ ਦੇ ਤੂੰ ਸੇਵਾ ਕਰੇਂਗਾ, ਜੋ ਤੇਰੇ ਮਨ ਦੇ ਅੰਦਰ ਹੋਏਗਾ, ਤੇਰਾ ਸੁਭਾਅ ਤੇਰੀ ਆਦਤ ਬਣੇਗੀ। ਆਦਤ ਤੋਂ ਬਾਅਦ ਤੇਰਾ ਪੱਕਾ ਸਦੀਵੀ ਸੁਭਾਅ ਬਣ ਜਾਏਗਾ। ਜੇ ਸਲਾਉਣਾ ਹੈ ਮਹਾਰਾਜ ਕਿਸ ਨੂੰ ਸਲਾਈਏ, ਸਾਹਿਬ ਵੱਡਾ ਕਰ ਸਾਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਾਲਾਹ ਗੀਤ ਗਾ, ਪਰ ਤੂੰ ਦੁਨੀਆ ਦੇ ਫੋਕੇ ਗੀਤ ਨਾ ਗਾ, ਦੁਨੀਆ ਦੀਆਂ ਵਡਿਆਈਆਂ ਨਾ ਕਰ ਮਹਾਰਾਜ। ਕਿਸ ਦੀਆਂ ਵਡਿਆਈਆਂ? ਉਸ ਪਰਿਪੂਰਨ ਪਰਮਾਤਮਾ ਨੂੰ ਵੱਡੇ ਨੂੰ ਗਾਉਣਾ ਕਰ।
ਇੱਕ ਦਿਨ ਫਿਰ ਜਿਹੜੇ ਉਸ ਵੱਡੇ ਦੇ ਵੱਡੇ ਗੁਣ ਹਨ ਉਹਨਾਂ ਅਨੁਸਾਰ ਹੀ ਤੇਰਾ ਜੀਵਨ ਜਾਚ, ਤੇਰੀ ਘਾੜਤ ਉਸੇ ਤਰ੍ਹਾਂ ਘੜੀ ਜਾਏਗੀ ਜੈਸਾ ਉਸ ਪਰਿਪੂਰਨ ਪਰਮਾਤਮਾ ਦਾ ਸੁਭਾਅ ਹੈ ਕਿ ਨਿਰਭਉ ਸੰਗ ਤੁਮਾਰੇ ਬਸਤਾ ਇਹ ਡਰਨ ਕਹਾਂ ਤੇ ਆਇਆ। ਸੁਭਾਅ ਬਣ ਜਾਏਗਾ ਕਿ ਉਹ ਵੀ ਨਿਰਵੈਰ ਹੈ, ਤੂੰ ਵੀ ਨਿਰਵੈਰ ਹੋ ਜਾਏਗਾ। ਸਤਿਗੁਰ ਅੰਦਰੋਂ ਨਿਰਵੈਰ ਹੈ ਕਿਉਂਕਿ ਉਹਦਾ ਸੁਭਾਅ ਐਸਾ ਹੈ। ਸਾਹਿਬ ਜੀਆਂ ਨੇ ਸਾਧ ਸੰਗਤ ਜੀਓ ਅੱਜ ਦੇ ਆ ਪਾਵਨ ਪਵਿੱਤਰ ਮੁਬਾਰਕ ਬਚਨਾਂ ਅੰਦਰ ਧੰਨ ਗੁਰੂ ਅਮਰਦਾਸ ਗੁਰਦੇਵ ਸੱਚੇ ਪਾਤਸ਼ਾਹ ਜੀਆਂ ਨੇ ਰਹਿਮਤ ਕੀਤੀ ਹੈ। ਇਸ ਪ੍ਰਕਰਨ ਤੇ ਗੁਰਮੁਖਾਂ ਦਾ ਵੀ ਜੀਵਨ ਬਿਆਨ ਕੀਤਾ ਔਰ ਮਨਮੁਖਾਂ ਦਾ ਵੀ ਜੀਵਨ ਬਿਆਨ ਕੀਤਾ ਹੈ। ਔਰ ਇਸ ਪਾਵਨ ਮੁਬਾਰਕ ਸ਼ਬਦ ਅੰਦਰ ਸਤਿਗੁਰੂ ਜੀਆਂ ਨੇ ਦੋਵਾਂ ਪੱਖਾਂ ਤੇ ਗੁਰਮੁਖ ਦੇ ਜੀਵਨ ਦੀ ਉਡਾਰੀ ਕੈਸੀ ਹੈ, ਮਨਮੁਖ ਬੰਦਾ ਜੋ ਅਧੋਗਤੀ ਦੀ ਡੂੰਗੀ ਖੱਡ ਦੇ ਅੰਦਰ ਕਿਸ ਪ੍ਰਕਾਰ ਡਿੱਗਾ ਹੈ, ਇਹ ਸਤਿਗੁਰੂ ਜੀਆਂ ਨੇ ਮੁਬਾਰਕ ਸ਼ਬਦ ਦੇ ਅੰਦਰ ਗੁਰਦੇਵ ਜੀਆਂ ਨੇ ਅੱਜ ਦੇ ਸ਼ਬਦ ਵਿੱਚ ਇਸ ਪਰਥਾਏ ਇਸ ਨੁਕਤੇ ਤੇ ਗੁਰਦੇਵ ਜੀਆਂ ਨੇ ਨਿਰਣਾ ਕੀਤਾ ਹੈ। ਆਓ ਸਾਧ ਸੰਗਤ ਜੀਓ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਸਤਿਗੁਰੂ ਗੁਰਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸ਼ਬਦ ਵੱਲੇ ਆਪਣਾ ਧਿਆਨ ਕੇਂਦਰਿਤ ਕਰਦਿਆਂ ਹੋਇਆਂ ਗੁਰਦੇਵ ਜੀਆਂ ਦੇ ਚਰਨ ਕਮਲਾਂ ਸੰਗ ਜੁੜਦਿਆਂ ਗੁਰਦੇਵ ਜੀਆਂ ਤੋਂ ਆਗਿਆ ਲੈ ਕਰਕੇ ਪਾਵਨ ਪਵਿੱਤਰ ਮੁਬਾਰਕ ਸ਼ਬਦ ਦੀ ਵਿਚਾਰ ਆਪਾ ਪ੍ਰਾਰੰਭ ਕਰੀਏ ਜੀ। ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਿਪੂਰਨ ਪਰਮਾਤਮਾ ਇੱਕ ਅਦੁੱਤੀ ਹੈ। ਆਰੰਭਤਾ ਸਤਿਗੁਰੂ ਜੀਆਂ ਨੇ ਪਾਵਨ ਮੰਗਲਾ ਚਰਨ ਤੋਂ ਕੀਤੀ। ਇੱਕ ਓੰਕਾਰ ਉਹ ਪਰਿਪੂਰਨ ਪਰਮਾਤਮਾ ਇੱਕ ਅਦੁੱਤੀ ਹੈ, ਉਹਦੇ ਜਿਹਾ ਕੋਈ ਹੋਰ ਦੂਸਰਾ ਨਹੀਂ। ਸਾਹਿਬ ਜੀਆਂ ਨੇ ਬਚਨ ਕੀਤੇ ਹਨ, ਹੋਰ ਸ਼ਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਦੇ ਆਖਾਂ। ਮਾਲਕਾ ਤੇਰੀ ਤਸ਼ਬੀਹ ਕਿਸ ਦੇ ਨਾਲ ਕਰਾਂ ਵੀ ਤੂੰ ਅਜਿਹਾ ਹੈ। ਕੋਈ ਤੇਰੇ ਵਰਗਾ ਹੋਵੇ ਤੇ ਨਾਲ ਕੋਈ ਤੁਲਨਾ ਕਰ ਸਕੀਏ ਵੀ ਉਹ ਫਲਾਣਾ ਉਹਦੇ ਵਰਗਾ ਹੈ। ਸਾਹਿਬ ਜੀ ਹੋਰ ਸ਼ਰੀਕ ਧੰਨ ਗੁਰੂ ਰਾਮਦਾਸ ਮਹਾਰਾਜ, ਪ੍ਰਮਾਤਮਾ ਤੇਰੇ ਵਰਗਾ ਕੋਈ ਹੋਰ ਦੂਸਰਾ ਹੋਵੇ, ਤੇਰੇ ਵਰਗਾ ਕੋਈ ਦੂਸਰਾ ਹੋਵੇ ਤਿਸ ਅੱਗਾ ਤੁਦੇ ਆਖਾਂ। ਉਹਦੇ ਭਾਵ ਜਾਂ ਆਪ ਜੀ ਦੀ ਤੁਲਨਾ ਉਹਦੇ ਨਾਲ ਕਰ ਸਕਾਂ, ਉਹ ਇੱਕ ਅਦੁੱਤੀ ਹੈ ਔਰ ਪ੍ਰਾਪਤੀ ਦਾ ਵਸੀਲਾ ਸਤਿਗੁਰ ਪ੍ਰਸਾਦ ਔਰ ਗੁਰੂ ਦੀ ਕਿਰਪਾ ਰਹਿਮਤ ਸਦਕਾ ਹੈ। ਰਾਗ ਸੋਹੀ ਮਹੱਲਾ ਤੀਜਾ ਘਰ ਦਸਵਾ। ਔਰ ਸੂਹੀ ਰਾਗ ਦੇ ਅੰਦਰ ਰਹਿਮਤਾਂ ਕੀਤੀਆਂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਔਰ ਘਰ 10ਵੇਂ ਸੁਰਤਾਲ ਵਿੱਚ ਗਾਉਣ ਦੀ ਤਾਕੀਦ ਕੀਤੀ ਹੈ। ਦੁਨੀਆ ਨਾ ਸਾਲਾਹੇ ਜੋ ਮਾਰ ਬੰਡਸੇ। ਹੇ ਭਾਈ, ਹੇ ਸਜਣਾ, ਹੇ ਬਾਣੀ ਨੂੰ ਸੁਣਨ ਵਾਲੇ ਗੁਰਮੁਖ ਪਿਆਰੇ ਬਚਨ ਸੁਣ। ਕੀ ਮਹਾਰਾਜ, ਦੁਨੀਆ ਨਾ ਸਾਲਾਹੇ, ਦੁਨੀਆ ਦੀ ਝੂਠੀ ਸਲੌਤਾ ਨਾ ਕਰ। ਮਾਲਕਾ ਕਿਉਂ? ਜੋ ਮਰ ਵੰਜ ਸੀ ਇਹ ਤਾਂ ਆਪ ਨਾਸ਼ਮਾਨ ਹੈ, ਇਹਨੇ ਤਾਂ ਆਪ ਗਰਕ ਹੋ ਜਾਣਾ ਹੈ। ਤੂੰ ਸਲਾਉਣਾ ਕਰਨੀ ਹੈ, ਸਲੌਤਾ ਕਰਨੀ ਹੈ। ਜੇ ਸਲਾਉਣਾ ਹੈ ਮਹਾਰਾਜ ਕਿਸ ਨੂੰ? ਉਸ ਪਰਿਪੂਰਨ ਪਰਮਾਤਮਾ ਨੂੰ। ਦੁਨੀਆ ਨਾ ਸਾਲਾਏ, ਮਾਨੁਖ ਕੀ ਟੇਕ, ਪੜੋ ਗੁਰਮੁਖੋ, ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਦੇਵਨ ਕਉ ਇੱਕ ਹੈ ਭਗਵਾਨ। ਉਹ ਦੇਣ ਵਾਲਾ ਇੱਕ ਹੈ। ਕਿਉਂ ਬੰਦਿਆਂ ਦੀ ਟੇਕ ਰੱਖਣੀ ਭਾਈ? ਬੰਦਿਆਂ ਦੀ ਟੇਕ ਤਾਂ ਡਾਵਾਂ ਡੋਲ ਹੈ। ਬੰਦਿਆਂ ਦੀ ਟੇਕ ਤਾਂ ਚਲੋ ਅੱਜ ਜੇ ਕਿਸੇ ਨੇ ਕਹਿ ਦਿੱਤਾ ਵੇਖ ਸੱਜਣਾ ਮੈਂ ਤੇਰੇ ਵੱਲ ਹਾਂ, ਮੈਂ ਤੇਰੇ ਨਾਲ ਹਾਂ, ਤੂੰ ਔਖੇ ਸਮੇਂ ਮੈਨੂੰ ਯਾਦ ਕਰੀ, ਮੈਂ ਤੇਰੇ ਨਾਲ ਖਲੋਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਗੱਲ ਝੂਠ ਹੈ। ਕੋਈ ਭਾਵ ਕਿਸੇ ਨਾਲ ਸਦੀਵੀ ਨਹੀਂ ਉਹ ਨਿਭਦਾ। ਜੇ ਨਿਭਦਾ ਹੈ ਗੁਰੂ ਦਾ ਸ਼ਬਦ ਨਿਭਦਾ ਹੈ।
ਸਤਿਕਾਰਯੋਗ ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਆਪ ਜੀਆਂ ਨੂੰ ਜ਼ਬਾਨੀ ਉਹ ਕੰਠਾਗਰ ਹੋਵੇਗਾ। ਕਈ ਵਾਰ ਮੰਗਲਾਚਰਨ ਕਰਦਿਆਂ ਭਾਈ ਸਾਹਿਬ ਹੁਣੇ ਪੜ੍ਹਦੇ ਹਨ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। हे ਮੇਰੇ ਮਾਲਕ ਜੀ, ਮੈਂ ਤਾਂ ਏਕ ਤੇਰੀ ਓਟ ਹੀ ਤੱਕੀ ਹੈ, ਤੇਰਾ ਆਸਰਾ ਹੀ ਤੱਕਿਆ ਹੈ। ਕਿਉਂ? ਕਿਉਂਕਿ ਤੁਸੀਂ ਮੇਰੇ ਵਾਸਤੇ ਪਰਬਤ ਸਮਾਨ ਹੋ। ਕਿਉਂਕਿ ਪਰਬਤ ਡੋਲਦੇ ਨਹੀਂ ਹਨ। ਕਿਸੇ ਨੇ ਰੁੱਖ ਦੀ ਓਟ ਲਈ, ਰੁੱਖ ਦੇ ਉੱਪਰ ਕੋਈ ਬੰਦਾ ਚੜ ਗਿਆ, ਥੋੜੀ ਜੀ ਹਵਾ ਆਈ, ਮਨੁੱਖ ਕਹਿੰਦਾ ਸੀ ਮੈਂ ਡੋਲਦਾ ਨਹੀਂ, ਮੈਂ ਨਹੀਂ ਡੋਲਦਾ। ਥੋੜੀ ਜੀ ਹਵਾ ਆਈ, ਟਾਣ ਸਨ ਜਿਹਦੇ ਉੱਤੇ ਬੈਠਾ ਉਹ ਟਾਣ ਡੋਲਣ ਲੱਗੇ। ਹੁਣ ਬੰਦੇ ਨੇ ਕਿਹਾ ਮੈਂ ਡੋਲਦਾ ਨਹੀਂ, ਜਦੋਂ ਰੁੱਖ ਹੀ ਡੋਲਣ ਲੱਗ ਗਿਆ, ਜਿਹਦਾ ਆਸਰਾ ਲਿਆ ਉਹ ਵੀ ਡੋਲ ਗਿਆ। ਤੇ ਬਾਬਾ ਕਬੀਰ ਸਾਹਿਬ ਜੀਆਂ ਦੇ ਬਚਨ, ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਮਾਲਕ ਜੀ, ਨਾ ਤੁਸੀਂ ਡੋਲਦੇ ਹੋ ਤੇ ਜਿਨ੍ਹਾਂ ਨੇ ਤੁਹਾਡੀ ਓਟ ਲਈ ਹੈ ਉਹ ਵੀ ਨਹੀਂ ਡੋਲਦੇ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। हे ਮੇਰੇ ਮਾਲਕ ਜੀ, ਤੁਸਾਂ ਨੇ ਪੈਜ ਇੱਜ਼ਤ ਰੱਖ ਲਈ ਹੈ। ਦੁਨੀਆ ਨਾ ਸਲਾਹੇ ਹੈ ਸਜਣਾ, ਸਲਾਉਣਾ ਹੈ, ਚਿੱਤ ਕਰਦਾ ਹੈ ਵਡਿਆਈ ਕਰਨ ਨੂੰ। ਦੁਨੀਆ ਦੀ ਨਾ ਸਲਾਉਣਾ ਕਰ, ਸਲਾਉਤਾ ਕਰਨੀ ਹੈ, ਸਲਾਹਣਾ ਹੈ ਉਸ ਵੱਡੇ ਸਾਹਿਬ ਨੂੰ ਸਲਾਹ, ਜਿਹਨੂੰ ਸਲਾਹ ਕੇ ਜਿਹਦੀ ਉਪਮਾ ਕਰਕੇ ਇੱਕ ਦਿਨ ਤੇਰਾ ਜੀਵਨ ਵੀ ਉਸ ਪਰਿਪੂਰਨ ਪਰਮਾਤਮਾ ਦੇ ਸੁਭਾਅ ਵਾਂਗ ਤੇਰਾ ਜੀਵਨ ਵੀ ਅਜਿਹਾ ਹੋ ਜਾਏਗਾ। ਜੋ ਮਰ ਵੰਜ ਸੀ ਜਿਹੜੀ ਖਾਕ ਹੋ ਜਾਏਗੀ, ਭਾਵ ਜਿਹੜੀ ਗਰਕ ਹੋ ਜਾਵੇਗੀ। ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ। ਖਾਕ ਜੀ ਕਹਿੰਦੇ, ਖਾਕ ਕਹਿੰਦੇ ਨੇ ਮਿੱਟੀ ਹੋ ਜਾਣਾ, ਗਰਕ ਹੋ ਜਾਣਾ। ਲੋਕਾਂ, ਹਾਂ ਬਈ ਫਲਾਣਾ ਸਿਓ, ਬੰਦੇ ਦੀ ਵਡਿਆਈ ਕਰੀ ਜਾਣੀ, ਝੂਠੀ ਸਲੌਤਾ ਕਰੀ ਜਾਣੀ, ਫਲਾਣਾ ਸਿੰਘ ਏਦਾਂ ਦਾ, ਵਾਹ ਜੀ ਵਾਹ। ਬੰਦੇ ਨੂੰ ਭਾਵ ਝੂਠ ਹੀ ਉਹਦੀ ਵਡਿਆਈ ਕਰੀ ਜਾਣੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਲੋਕਾਂ ਨਾ ਸਲਾਹੇ ਨਾ ਸਲਾਉਣਾ ਕਰ। ਦੁਨੀਆ ਦੀਆਂ ਵਡਿਆਈਆਂ, ਦੁਨੀਆ ਦੀਆਂ ਸਲੌਤਾ ਨਾ ਕਰ। ਸਲਾਉਣਾ ਹੈ ਮਹਾਰਾਜ ਕਿਸ ਨੂੰ ਸਲਾਹੀਏ। ਸ਼ਹਿਨਸ਼ਾਹ ਜੀਆਂ ਨੇ ਰਹਿਮਤਾਂ ਕੀਤੀਆਂ। ਰਹਾਉ ਦੀ ਪੰਕਤੀ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਵਾਹ ਮੇਰੇ ਸਾਹਿਬਾ ਵਾਹ। ਸਤਿਗੁਰੂ ਜੀਆਂ ਨੇ ਰਹਿਮਤ ਕੀਤੀ, ਵਾਹ ਮੇਰੇ ਸਾਹਿਬਾ ਵਾਹ। हे ਮੇਰੇ ਮਾਲਕ ਸੱਚੇ ਪਾਤਸ਼ਾਹ, ਤੂੰ ਅਸਚਰਜ ਹੈ, ਵਾਹ। ਜਿੱਥੋਂ ਤੱਕ ਇੰਦਰੀਆਂ ਦੀ ਪਹੁੰਚ ਹੋ ਜਾਏ ਮਨੁੱਖ, ਉਥੋਂ ਤੱਕ ਬਿਆਨ ਕਰ ਸਕਦਾ ਹੈ ਵੀ ਹਾਂ ਇਹ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਇੱਥੇ ਆ ਹੈ, ਇੱਥੇ ਮੈਂ ਏਦਾਂ ਮਹਿਸੂਸ ਕੀਤਾ ਹੈ, ਇੱਥੋਂ ਬਾਬਤ ਮੈਂ। ਪਰ ਜਿਸ ਥਾਂ ਤੇ ਅਗੰਮ ਅਪਹੁੰਚ ਬਣ ਜਾਣ, ਇੰਦਰੀਆਂ ਦੀ ਪਹੁੰਚ ਉਸ ਥਾਂ ਤੱਕ ਨਾ ਹੋਵੇ, ਫਿਰ ਬੰਦਾ ਵਿਸਮਾਦ ਅੰਦਰ ਚਲਾ ਗਿਆ। ਕੇਵਲ ਇਹੋ ਸ਼ਬਦ ਰਸਨਾ ਤੋਂ ਨਿਕਲਿਆ, ਵਾਹ। ਜਿਹਨੂੰ ਮਹਾਰਾਜ ਜੀ ਉਹ ਸ਼ਬਦ ਵੀ ਕਹਿੰਦੇ ਹਨ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਵਾਹ ਖਸਮ ਤੂੰ ਵਾਹ। हे ਮੇਰੇ ਮਾਲਕ ਸੱਚੇ ਪਾਤਸ਼ਾਹ, ਅਸਚਰਜ ਹੈ ਤੇਰੀ ਇਹ ਸਾਰੇ ਕੁਦਰਤ। ਜਿਨ ਰਚ ਰਚਨਾ ਹਮ ਕੀਏ, ਜਿਨਨੇ ਇਹ ਸਾਰੀ ਰਚਨਾ ਕੀਤੀ, ਆ ਸਾਰੀ ਸ੍ਰਿਸ਼ਟੀ ਸਾਜੀ, ਮਾਲਕ ਜੀ ਤੂੰ ਵਾਹ ਹੈ। ਵਾਹ ਖਸਮ ਤੂੰ ਵਾਹ। ਜਿਨ ਰਚ ਰਚਨਾ ਹਮ ਕੀਏ, ਵਾਹ ਮੇਰੇ ਸਾਹਿਬਾ। ਹੈ ਮੇਰੇ ਸਾਹਿਬ ਜੀ, ਤੂੰ ਵਾਹੋ ਹੈ, ਤੂੰ ਅਸਚਰਜ ਆਗਮ ਹੈ। ਗੁਰਮੁਖ ਸਦਾ ਸਲਾਹੀਐ, ਸੱਚਾ ਬੇਪਰਵਾਹ। ਸਾਧ ਸੰਗਤ ਜੀ, ਉੱਪਰਲੀਆਂ ਪੰਕਤੀਆਂ ਅੰਦਰ ਗੁਰਦੇਵ ਜੀਆਂ ਨੇ ਇੱਕ ਨੂੰ ਕਿਹਾ ਵੀ ਤੂੰ ਉਸ ਬੰਦੇ ਦੀ ਸਲਾਹੁਣਾ ਨਾ ਕਰ, ਉਹਨੂੰ ਨਾ ਸਲਾਹ। ਰਹਾਉ ਦੀਆਂ ਪੰਕਤੀਆਂ ਅੰਦਰ ਸ਼ਹਿਨਸ਼ਾਹ ਜੀਆਂ ਨੇ ਇਸ਼ਾਰਾ ਵੀ ਕੀਤਾ, ਦੱਸ ਵੀ ਪਾਈ, ਜੇ ਉਸ ਦੁਨੀਆ ਨੂੰ ਨਹੀਂ ਸਲਾਹੁਣਾ ਤੇ ਸਲਾਹੁਣਾ ਕਿਸ ਨੂੰ ਹੈ।
ਹੁਣ ਮਹਾਰਾਜ ਜੀ ਰਹਾਉ ਦੀਆਂ ਪੰਕਤੀਆਂ ਅੰਦਰ ਰਹਿਮਤ ਕਰ ਰਹੇ ਹਨ। ਗੁਰਮੁਖ ਸਦਾ ਸਲਾਹੀ ਹੈ, ਗੁਰੂ ਦੇ ਰਾਹੀਂ ਸਲਾਹ ਗੀਤ ਗਾ, ਪਰ ਦੁਨੀਆ ਦੇ ਗੀਤ ਨਾ ਗਾ, ਦੁਨੀਆ ਦੀਆਂ ਵਡਿਆਈਆਂ ਨਾ ਕਰ, ਸੋਹਿਲੇ ਗਾ। ਮਹਾਰਾਜ ਕਿਸ ਦੇ ਸੋਹਿਲੇ ਗਾਈਏ, ਕਿਸ ਨੂੰ ਗਾਉਣਾ ਕਰੀਏ, ਕਿਸ ਨੂੰ ਖੁਸ਼ੀ ਵਿੱਚ ਧਿਆਈਏ, ਕਿਵੇਂ ਗਾਈਏ? ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਗੁਰਮੁਖ ਸਦਾ ਸਲਾਹੀਐ, ਗੁਰੂ ਦੇ ਰਾਹੀਂ ਸਦਾ ਸਲਾਈਏ। ਸੱਚਾ ਵੇ ਪ੍ਰਵਾਹ, ਉਸ ਵੇ ਪ੍ਰਵਾਹ ਪਰਿਪੂਰਨ ਪ੍ਰਮਾਤਮਾ ਮਾਲਕ ਜੀ ਨੂੰ ਸਦਾ ਸਲਾਹੀਐ। ਮਹਾਰਾਜ ਕਦੋਂ ਤੱਕ ਸਲਾਹੀਏ? ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ, ਭਾਈ ਜਦੋਂ ਤੱਕ ਸਾਹ ਪਏ ਚੱਲਦੇ ਨੇ ਉਦੋਂ ਤੱਕ, ਜਦੋਂ ਤੱਕ ਸਵਾਸ ਪਏ ਚੱਲਦੇ ਹਨ। ਏਦਾਂ ਨਹੀਂ ਵੀ ਅੱਜ ਹੀ ਹੈ, ਜਾਂ ਐਵੇਂ ਨਹੀਂ ਵੀ ਆ 10-15 ਦਿਨ ਜਾਂ ਕੋਈ ਗਿਣਤੀ ਕਰਕੇ ਭਾਈ ਇੰਨੇ ਕੁ ਦਿਨ ਤੂੰ ਗਾਉਣਾ ਹੈ। ਨਹੀਂ ਭਾਈ, ਜਿੰਨਾ ਚਿਰ ਅੰਦਰ ਦਮ ਭਾਵ ਉਸ ਨੂੰ ਪਰਿਪੂਰਨ ਪਰਮਾਤਮਾ ਨੂੰ ਤੂੰ ਸਲਾਹੁਣਾ ਕਰ। ਗੁਰਮੁਖ ਸਦਾ ਸਲਾਹੀਐ, ਸੱਚਾ ਵੇ ਪ੍ਰਵਾਹ, ਜਿਹੜਾ ਆਪ ਉਹ ਵੇ ਪ੍ਰਵਾਹ ਹੈ, ਆਪ ਉਹ ਪਰਿਪੂਰਨ ਪਰਮਾਤਮਾ ਜਿਸ ਨੂੰ ਭਾਵ ਦੁਨੀਆ ਦੀ ਕੋਈ ਕਿਸੇ ਦੀ ਭਾਵ ਮੁਹਤਾਜੀ ਇਤਿਆਦਿਕ ਨਹੀਂ ਹੈ, ਉਹਨੂੰ ਕਿਸੇ ਦੀ ਕੋਈ ਮੁਹਤਾਜੀ ਨਹੀਂ, ਬੰਦੇ ਦੀ ਕੋਈ ਮੁਹਤਾਜੀ ਨਹੀਂ ਉਸ ਪਰਿਪੂਰਨ ਪਰਮਾਤਮਾ ਨੂੰ। ਪੂਰੇ ਕਾ ਕੀਆ ਸਭ ਕਿਛ ਪੂਰਾ, ਉਹ ਪੂਰਾ ਹੈ, ਅਧੂਰਾ ਨਹੀਂ ਹੈ। ਸਾਧ ਸੰਗਤ, ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾ ਹੈ, ਨਾ ਘਟ ਹੈ ਨਾ ਵੱਧ ਹੈ। ਕਿਉਂਕਿ ਬੰਦਾ ਜਦੋਂ ਕੋਈ ਕੰਮਕਾਰ ਕਰੇ ਤਾਂ ਕਈ ਵਾਰ ਕੋਲੋਂ ਕਹਿੰਦੇ ਭਾਈ ਜੇ ਨਹੀਂ ਪਤਾ ਲੱਗਦਾ ਕੋਲੋਂ ਗਵਾਂਢੀ ਦੀ ਸਲਾਹ ਲੈ ਲਓ, ਸਿਆਣੇ ਬੰਦੇ ਦੀ ਸਲਾਹ ਲੈ ਲਓ। ਪਰ ਮਹਾਰਾਜ ਕਹਿੰਦੇ ਉਹ ਪਰਿਪੂਰਨ ਪਰਮਾਤਮਾ ਐਸਾ, ਉਹਨੂੰ ਸਲਾਹ ਲੈਣ ਦੀ ਵੀ ਲੋੜ ਨਹੀਂ ਪੈਂਦੀ। ਕਿਉਂ? ਅਧੂਰੇ ਨੂੰ ਸਲਾਹ ਲੈਣ ਦੀ ਲੋੜ ਪੈਂਦੀ ਹੈ, ਪੂਰੇ ਨੂੰ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਉਹ ਆਪ ਪੂਰਾ ਹੈ, ਅਧੂਰਾ ਨਹੀਂ ਹੈ। ਸੱਚਾ ਵੇ ਪ੍ਰਵਾਹ। ਮਹਾਰਾਜ ਕਹਿੰਦੇ ਭਾਈ ਫਿਰ ਤੂੰ ਐਸੇ ਪੂਰੇ ਪ੍ਰਭੂ ਨੂੰ ਤੂੰ ਸਲਾਹੁਣਾ ਕਰ। ਰਹਾਉ ਦੁਨੀਆ ਕੇਰੀ ਦੋਸਤੀ, ਮਨ ਮੁਖ ਦੰਜ ਮਰਨਾ। ਮਨਮੁਖ ਬੰਦਾ ਦਜ ਮਰਨ, ਆਤਮਿਕ ਜੀਵਨ ਕਿਵੇਂ ਸਾੜ ਕੇ ਸਵਾਹ ਕਰ ਲਿਆ ਦੁਨੀਆ ਦੀਆਂ ਦੋਸਤੀਆਂ ਦੇ ਅੰਦਰ। ਦੁਨੀਆ ਕੇਰੀ ਦੋਸਤੀ, ਦੁਨੀਆ ਦੀ ਦੋਸਤੀ ਨੂੰ ਪਾਲਦਿਆਂ ਬੰਦੇ ਮਨਮੁਖ ਬੰਦੇ ਨੇ ਆਪਣੇ ਆਤਮਿਕ ਜੀਵਨ ਨੂੰ ਮਹਾਰਾਜ ਕਹਿੰਦੇ ਭਾਈ ਸਾੜ ਕੇ ਰਾਖ ਕਰ ਲਿਆ ਹੈ। ਦਜ ਮਰਨ, ਆਤਮਿਕ ਜੀਵਨ ਨੂੰ ਹੀ ਸਾੜ ਲਿਆ ਹੈ। ਕਿਵੇਂ? ਦੁਨੀਆ ਫੋਕੀ ਦੁਨੀਆ ਦੀਆਂ ਦੋਸਤੀਆਂ ਦੇ ਅੰਦਰ ਮਨਮੁਖ ਜੀਵਨ ਬੰਦੇ ਨੇ ਐਸਾ ਆਪਣਾ ਜੀਵਨ ਖਰਾਬ ਕੀਤਾ ਹੈ। ਜਾਮਪੁਰ ਬੱਧੇ ਮਾਰੀਐ, ਬੇਲਾ ਨਾ ਲਹਾਨਾ। ਫਿਰ ਜਮਰਾਜ ਦੀ ਉਸ ਪੁਰੀ ਦੇ ਅੰਦਰ ਬੰਨ ਕਰਕੇ ਮਾਰਿਆ ਗਿਆ, ਵੇਲਾ ਨਾ ਲਹਾਨਾ। ਫਿਰ ਉਹ ਵੇਲਾ ਭਾਵ ਮੁੜ ਕੇ ਉਹ ਸਮਾਂ ਹੱਥ ਨਹੀਂ ਆਇਆ, ਜਿਹੜਾ ਸਮਾਂ ਇੱਕ ਵਾਰੀ ਕੋਲੋਂ ਖਿਸਕ ਗਿਆ ਹੈ। ਜਿਹੜਾ ਸਮਾਂ ਸੀ ਪਰਿਪੂਰਨ ਪਰਮਾਤਮਾ ਨੂੰ ਨਾਮ ਸਿਮਰਨ ਦਾ, ਉਹ ਤਾਂ ਕੇਵਲ ਦੁਨੀਆ ਦੀਆਂ ਵਡਿਆਈਆਂ ਅੰਦਰ ਹੀ ਸਾੜ ਕੇ ਰਾਖ ਕਰ ਦਿੱਤਾ। ਜਿਹੜਾ ਸਮਾਂ ਸੀ ਸਾਹਿਬ ਨੂੰ ਸਿਮਰਨ ਦਾ, ਜਿਹੜਾ ਸਮਾਂ ਸੀ ਪਰਿਪੂਰਨ ਪਰਮਾਤਮਾ ਨੂੰ ਧਿਆਉਣ ਦਾ, ਭਾਈ ਉਸ ਸਮੇਂ ਦੇ ਅੰਦਰ ਤਾਂ ਦੁਨੀਆ ਦੇ ਮੂੰਹ ਨੂੰ ਹੀ ਕੰਮ ਕਰਦਾ ਰਿਹਾ ਵੀ ਸੰਸਾਰ ਕੀ ਕਹੇਗਾ, ਜੇ ਮੈਂ ਏਦਾਂ ਨਾ ਕੀਤਾ ਤਾਂ ਦੁਨੀਆ ਮੈਨੂੰ ਕੀ ਕਹੇਗੀ। ਕੇਵਲ ਆਪਣੇ ਲੱਜ ਪਾਲਦਿਆਂ ਆਪਣੇ ਆਪ ਸੰਸਾਰ ਨੂੰ ਜਾਂ ਆਪਣੇ ਸ਼ੋਭਾ ਵਡਿਆਈ ਆਪਣੀ ਨੂੰ ਵੇਖਦਿਆਂ ਉਹ ਕੰਮਕਾਰ ਕਰੀ ਗਿਆ। ਪਰ ਮਹਾਰਾਜ ਕਹਿੰਦੇ ਫਿਰ ਕੀ ਹੋਇਆ ਜੀ? ਵੇਲਾ ਨਾ ਲਹਨ, ਉਹ ਮੁੜ ਕੇ ਸਮਾਂ ਨਾ ਆਇਆ ਤੇ ਜਮਰਾਜਪੁਰੀ ਦੇ ਅੰਦਰ ਜਮਪੁਰ ਬੱਦੇ ਮਾਰੀਆਂ, ਬੰਨ ਕਰਕੇ ਚੋਟਾਂ ਪਈਆਂ। ਵੇਲਾ ਨਾ ਲਹਾਨੋ, ਫਿਰ ਉਹ ਸਮਾਂ
ਨਾਮ ਸਿਮਰਨ ਦਾ ਨਹੀਂ ਮਿਲਿਆ। ਗੁਰਮੁਖ ਜਨਮ ਸਕਾਰਥਾ ਸੱਚਾ ਸ਼ਬਦ ਲਗਨ। ਪਰ ਜਿਹੜੇ ਸੱਚੇ ਸ਼ਬਦ ਦੇ ਅੰਦਰ ਸਾਧ ਸੰਗਤ ਜੀਓ ਜੁੜ ਗਏ, ਗੁਰਮੁਖ ਜਨਮ ਸਕਾਰਥਾ, ਗੁਰਮੁਖਾਂ ਨੇ ਆਪਣਾ ਜੀਵਨ ਸਕਾਰਥਾ ਕਹੀਏ ਸਫਲਾ ਕਰ ਲਿਆ ਹੈ। ਕਿਵੇਂ ਸਫਲਾ ਕੀਤਾ? ਸੱਚੇ ਸ਼ਬਦ ਲਗਨ, ਸੱਚੀ ਬਾਣੀ ਵਿੱਚ ਜੁੜ ਕਰਕੇ, ਸੱਚੇ ਸ਼ਬਦ ਨੂੰ ਆਪਣੇ ਹਿਰਦੇ ਗਲਮਾਲਾ ਵਿੱਚ ਪ੍ਰੋ ਕਰਕੇ ਉਹਨਾਂ ਨੇ ਆਪਣਾ ਜਨਮ ਸਕਾਰਥਾ ਕੀਤਾ ਹੈ। ਆਤਮ ਰਾਮ ਪਰਗਾਸਿਆ ਸਹਜੇ ਸੁਖ ਰਹਾਨਾ। ਆਤਮਕ ਅਡੋਲਤਾ ਵਿੱਚ ਰਹਿ ਕਰਕੇ, ਆਤਮ ਰਾਮ ਪਰਗਾਸਿਆ, ਹਿਰਦੇ ਅੰਦਰ ਪਰਿਪੂਰਨ ਪਰਮਾਤਮਾ ਨੂੰ ਪ੍ਰਗਟ ਕਰ ਲਿਆ। ਸਹਿਜੇ ਸੁਖ ਰਹਨ, ਤੇ ਹੁਣ ਫਿਰ ਆਤਮਕ ਅਡੋਲਤਾ ਦੇ ਆਨੰਦ ਵਿੱਚ ਭਾਈ ਉਹ ਟਿਕੇ ਰਹਿੰਦੇ ਹਨ। ਕੌਣ? ਮਹਾਰਾਜ ਕਹਿੰਦੇ ਜਿਹਦੀ ਪਿੱਛੇ ਗੱਲ ਕਰਕੇ ਆਏ ਹਨ, ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪਣਾ ਜੀਵਨ ਸਕਾਰਥਾ ਕੀਤਾ ਹੈ। ਗੁਰ ਕਾ ਸ਼ਬਦ ਬਿਸਾਰਿਆ ਦੂਜੈ ਭਾਏ ਰਚਨ। ਦੂਜੇ ਭਾਏ ਦੇ ਅੰਦਰ, ਦੂਜੇ ਭਾਏ ਕਹੀਏ ਦੂਸਰੇ ਪਿਆਰ ਦੇ ਅੰਦਰ, ਦੁਨੀਆ ਦੇ ਪਿਆਰ ਦੇ ਅੰਦਰ, ਦੂਜਾ ਭਾਏ ਰਚਨ। ਗੁਰ ਕਾ ਸ਼ਬਦ ਵਿਸਾਰਿਆ, ਗੁਰੂ ਦੇ ਸ਼ਬਦ ਨੂੰ ਵਿਸਾਰ ਦਿੱਤਾ ਹੈ, ਗੁਰੂ ਦੇ ਬਚਨ ਨੂੰ, ਗੁਰੂ ਦੀ ਬਾਣੀ ਨੂੰ ਹਿਰਦੇ ਤੋਂ ਵਿਸਾਰ ਦਿੱਤਾ। ਕਿਵੇਂ ਵਿਸਾਰਿਆ ਮਹਾਰਾਜ? ਕਹਿੰਦੇ ਸੰਸਾਰੀ ਭਾਏ ਦੇ ਅੰਦਰ, ਜਿਵੇਂ ਸ਼ਬਦ ਆਉਂਦਾ ਨਾ, ਭਾਦੋਏ ਭਰਮ ਭੁਲਾਣੀਆਂ, ਭਾਦੋਏ ਦੂਜੇ ਭਾਏ ਦੇ ਅੰਦਰ, ਦੂਸਰੇ ਪਿਆਰ ਦੇ ਅੰਦਰ, ਭਾਵ ਸੰਸਾਰੀ ਪਿਆਰ ਦੇ ਅੰਦਰ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ, ਉਹਦੀ ਵਡਿਆਈ ਨੂੰ, ਉਸ ਪਰਿਪੂਰਨ ਪਰਮਾਤਮਾ ਨੂੰ ਵਿਸਾਰਿਆ ਹੈ। ਇਸ਼ਨਾ ਭੁੱਖ ਨਾ ਉਤਰੈ ਆਨੰਦਿਨ ਜਲਤ ਫਿਰਾਨਾ। ਸੰਸਾਰੀ ਜੁੜ ਕਰਕੇ ਫਿਰ ਸੰਸਾਰੀ ਭਾਏ ਦੇ ਅੰਦਰ ਤ੍ਰਿਸ਼ਨਾ ਦੀ ਭੁੱਖ ਨਾ ਉਤਰੈ, ਉਤਰਦੀ ਨਹੀਂ, ਖਤਮ ਨਹੀਂ ਹੁੰਦੀ। ਲਿਉ ਲਿਉ ਕਰਤ ਫਿਰੈ ਸਭ ਲੋਕ, ਤਾਂ ਕਾਰਨ ਵਿਆਪੈ ਬੋ ਸੋਕ। ਅਨਦਿਨ ਜਲਤ ਫਿਰਨ, ਦਿਨ ਤੇ ਰਾਤ ਇਸੇ ਅੱਗ ਦੇ ਅੰਦਰ ਉਹ ਕੁਰਬਲ ਸੜਦੇ ਰਹੇ, ਕਦੇ ਵੀ ਹਿਰਦੇ ਅੰਦਰ ਸ਼ਾਂਤੀ ਨਾ ਆਈ। ਤਾਂ ਹੀ ਬਾਬਾ ਫਰੀਦ ਸਾਹਿਬ ਜੀ ਵੀ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਬਾਬਾ ਫਰੀਦ ਸਾਹਿਬ ਦੇ ਪਾਵਨ ਮੁਬਾਰਕ ਬਚਨ ਕਿ ਮੈਂ ਵੇਖਿਆ ਸੰਸਾਰ ਗੁੱਜੀ ਭਾਹੇ ਜਲੇ, ਸੰਸਾਰਾ ਗੁੱਜੀ ਅੱਗ ਦੇ ਅੰਦਰ ਜਲ ਰਿਹਾ ਸੀ, ਤੇ ਮੈਨੂੰ ਮੇਰੇ ਮਾਲਕ ਜੀਆਂ ਨੇ ਹੱਥ ਦੇ ਕਰਕੇ ਰੱਖ ਲਿਆ ਹੈ। ਮੈਨੂੰ ਉਸ ਮੇਰੇ ਮਾਲਕ ਪਰਿਪੂਰਨ ਪਰਮਾਤਮਾ ਨੇ ਰਹਿਮਤ ਕਰਕੇ ਮੈਨੂੰ ਰੱਖ ਲਿਆ ਇਸ ਗੁੱਜੀ ਭਾਹੇ ਅੱਗ ਦੇ ਅੰਦਰ ਸੜਨ ਤੋਂ। ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾ ਬੈਰ ਕਰਨਾ। ਹੁਣ ਮਨਮੁਖ ਬੰਦੇ ਦਾ ਸੁਭਾਅ ਕੈਸਾ ਹੈ? ਜਿਹੜੇ ਦੁਸ਼ਟ ਲੋਕ ਹਨ ਉਹਨਾਂ ਨਾਲ ਤਾਂ ਇਹਦੀ ਬੜੀ ਨੇੜਤਾ ਹੈ, ਬੜਾ ਪਿਆਰ ਹੈ। ਉਹਨਾਂ ਦੀ ਤਾਂ ਹਰ ਗੱਲ ਝੂਠੀ ਖੁਸ਼ਾਮਦ ਦੇ ਅੰਦਰ ਹਾਂ ਜੀ ਹਾਂ ਪਿਆ ਕਰਦਾ ਹੈ, ਤੇ ਨਾਲ ਸੰਤਾਂ ਵੈਰ ਕਰਨ, ਭਲੇ ਪੁਰਖਾਂ ਦੇ ਨਾਲ ਇਹਨੇ ਹਮੇਸ਼ਾ ਵੈਰ ਹੀ ਵੈਰ ਕਮਾਇਆ ਹੈ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਾਣੀ ਅੰਦਰ ਅਨੇਕਾਂ ਥਾਂ ਬਚਨ ਆਏ, ਜਿਵੇਂ ਬਾਬਾ ਕਬੀਰ ਸਾਹਿਬ ਜੀਆਂ ਦਾ ਪਾਵਨ ਮੁਬਾਰਕ ਸ਼ਬਦ ਆਉਂਦਾ ਹੈ, ਹਰ ਕੇ ਲੋਗਾ ਮੋਕੋ ਨੀਤ ਦਸਾ ਪਟਵਾਰੀ, ऊपर पूजा कर मैं गुर पै पुकारिया, तिन्हों लिया उबारी रहाओ। 9 डाडी 10 मुंसफ धामै रैयत बसन ना देई, डोरी पूरी मापै नाही बहु बिस्टाला लई, 72 कारक पुरख समाया दिया नाम लिखाई, धर्म राय का दफ्तर सोध्या बाकी रिजम ना काई, संता कहो मत को निंदो, संत राम है एको। पर सुभाव कैसा है मनमुख बंदे दा? कोई गल दूर दी होवे जरूर भाव ਉਹਨਾਂ ਸੰਤਾਂ ਮਹਾਂਪੁਰਖਾਂ ਨੂੰ ਨਿੰਦਦਾ ਹੈ, ਤੇ ਉਪਮਾ ਕਿਹਦੀ ਕਰਦਾ ਹੈ? ਉਪਮਾ ਕਰ ਰਿਹਾ ਹੈ ਦੁਸ਼ਟ ਲੋਕਾਂ ਦੀ, ਵਿਕਾਰਾਂ ਵਿੱਚ ਡੁੱਬੇ ਹੋਇਆਂ ਦੇ ਵੀ ਫਲਾਣਾ ਸਿਉ ਬੜਾ ਵਧੀਆ ਹੈ, ਉਹਨਾਂ ਦੀ ਤਾਂ ਵਡਿਆਈ ਕਰਦਾ ਹੈ। ਪਰ ਜਿਹੜੇ ਕੋਈ ਨਾਮ ਧਰੇਕ ਮਹਾਂਪੁਰਸ਼ ਸੰਸਾਰ ਦਾ ਭਲਾ ਲੋਚਦੇ ਹਨ, ਭਲਾ ਕਰਦੇ ਹਨ,
ਉਹਨਾਂ ਦੀ ਇਹਨੇ ਹਮੇਸ਼ਾ ਹੀ ਨਿੰਦਾ ਇਤਿਆਦਿਕ ਦੇ ਅੰਦਰ ਹੀ ਜੁੜਿਆ ਰਹਿੰਦਾ ਹੈ। ਦੁਸ਼ਟਾਂ ਨਾਲ ਦੋਸਤੀ, ਉੱਥੇ ਤਾਂ ਇਹਦੀ ਦੋਸਤੀ ਹੈ, ਨਾਲ ਸੰਤਾਂ ਵੈਰ ਕਰਨ, ਤੇ ਮਹਾਂਪੁਰਖਾਂ ਦੇ ਨਾਲ, ਭਲੇ ਪੁਰਖਾਂ ਦੇ ਨਾਲ ਇਹਨੇ ਹਮੇਸ਼ਾ ਵੈਰ ਹੀ ਵੈਰ ਕਮਾਇਆ ਹੈ। ਆਪ ਡੁੱਬੇ ਕੁਟੰਬ ਸਿਓ ਸਗਲੇ ਕੁਲ ਡੁਬਾਨਾ। ਆਪ ਤਾਂ ਡੁੱਬਾ ਡੁੱਬਾ ਹੈ ਉਹਦੇ ਅੰਦਰ, ਆਪ ਤਾਂ ਉਹਦੇ ਅੰਦਰ ਡੁੱਬਾ ਹੀ ਹੈ, ਤੇ ਇਹ ਕਰਕੇ ਨਿੰਦਾ ਕਰਕੇ ਸਾਧ ਸੰਗਤ ਜੀਓ ਆਪਣੇ ਸਣ ਪਰਿਵਾਰ ਨੂੰ ਵੀ ਡੋਬ ਲਿਆ ਹੈ। ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਧ ਕਰਾਨਾ। ਸਾਧ ਸੰਗਤ ਜੀਓ ਨਿੰਦਾ ਭਲੀ ਕਿਸੇ ਕੀ ਨਾਹੀ, ਕਿਸੇ ਦੀ ਵੀ ਨਿੰਦਾ ਚੁਗਲੀ ਮਹਾਰਾਜ ਜੀ ਕਹਿੰਦੇ ਭਲੀ ਨਹੀਂ ਹੈ, ਤੇਰੇ ਆਤਮਿਕ ਜੀਵਨ ਨੂੰ ਖਰਾਬ ਕਰ ਦਵੇਗੀ। ਬਾਬਾ ਕਬੀਰ ਸਾਹਿਬ, ਭਗਤ ਰਵਿਦਾਸ ਸਾਹਿਬ ਜੀ ਕਿੰਨੇ ਲਮੇਰੇ ਸ਼ਬਦ ਹਨ। ਜੇ ਉਹ 68 ਤੀਰਥ ਨਹਾਵੈ, ਜੇ ਉਹ ਦਵਾਦਸ ਸਿਲਾ ਪੁਜਾਵੈ, ਤੇ ਰਹਾਉ ਦੀਆਂ ਪੰਕਤੀਆਂ ਵਿੱਚ ਕੀ ਤਾਕੀਦ ਕੀਤੀ, ਕਰੈ ਨਿੰਦ ਸਭ ਬਿਰਥਾ ਜਾਵੈ। ਜੇ ਉਹ 68 ਮਹਾਰਾਜ ਕਹਿੰਦੇ ਜੇ ਉਹ 68 ਤੀਰਥ ਨਹਾ ਲਵੇ, ਜੇ ਉਹ 68 ਤੀਰਥ ਨਹਾਵੈ, ਜੇ ਉਹ ਦਵਾਦਸ ਸਿਲਾ ਪੁਜਾਵੈ, ਜੇ ਉਹ ਕੂਪ ਤਟਾਂ ਦਿਵਾਵੈ, ਜੇ ਕਿਤੇ ਕਹਿੰਦੇ ਘੁੱਟ ਪਾਣੀ ਦਾ ਪਿਆਉਣ ਦਾ ਵੀ ਪੁੰਨ ਬਹੁਤ ਹੁੰਦਾ ਹੈ, ਬੜਾ ਮਹਾਤਮ। ਜੇ ਕਿਸੇ ਨੇ ਪਿਆਸੇ ਨੂੰ ਪਾਣੀ ਪਿਆ ਦਿੱਤਾ, ਤੇ ਮਹਾਰਾਜ ਕਹਿੰਦੇ ਜਿੰਨੇ ਖੂਹ ਲਵਾਇਆ ਉਹਦਾ ਤਾਂ ਬਹੁਤ ਵੱਡਾ ਮਹਾਤਮ ਹੈ, ਲੁਕਾਈ ਵਾਸਤੇ, ਪਾਣੀ ਪਿਆਉਣ ਵਾਸਤੇ। ਜੇ ਉਹ ਕੂਪ ਤਟਾਂ ਦਵਾਵੈ, ਜੇ ਉਹਨੇ ਖੂਹ ਲਵਾ ਦਿੱਤੇ ਲੋਕਾਂ ਦੇ ਪਾਣੀ ਪੀਣ ਵਾਸਤੇ, ਤੇ ਕਰੈ ਨਿੰਦ ਸਭ ਬਿਰਥਾ ਜਾਵੈ। ਨਿੰਦਾ ਵਿੱਚ ਪੈ ਗਿਆ, ਜਿੰਨੀ ਕੀਤੀ ਸੇਵਾ, 68 ਤੀਰਥਾਂ ਦਾ ਮਹਾਤਮ, ਲਾਏ ਹੋਏ ਖੂਹ, ਇੰਨੀ ਕੀਤੀ ਸੇਵਾ, ਸਾਰੇ ਉੱਪਰ ਸਵਾਹ ਪੈ ਗਈ। ਕਾਹਦੇ ਨਾਲ ਮਹਾਰਾਜ ਕਹਿੰਦੇ ਨਿੰਦਾ ਕਰਨ ਦੇ ਨਾਲ। ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਧ ਕਰਨ। ਇਹ ਭਾਈ ਮੂਰਖ ਮਨੁੱਖ ਕਰਦੇ ਹਨ ਕਿ ਕਿਸੇ ਦੀ ਨਿੰਦਾ, ਆਪਣਾ ਜਿਹੜਾ ਕੀਮਤੀ ਸਮਾਂ ਹੈ ਉਹਨੂੰ ਉਹ ਖਰਾਬ ਕਰ ਲੈਂਦੇ ਹਨ। ਬਾਬਾ ਕਬੀਰ ਸਾਹਿਬ ਜੀਆਂ ਦਾ ਸ਼ਬਦ ਕਈ ਵਾਰ ਗਿਆਨੀ ਜੀ ਹੁਣਾਂ ਨੇ, ਕਥਾਕਾਰਾਂ ਨੇ ਇੱਥੇ ਵਿਚਾਰਿਆ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਜਿਵੇਂ ਛੋਟੇ ਹੁੰਦੇ ਜਦੋਂ ਮੈਂ ਮਲ ਮੂਤਰ ਬਿਸਤਰ ਉੱਪਰ ਕਰ ਦਿੰਦਾ ਸਾਂ, ਉਸ ਵਕਤ ਮੇਰੇ ਮਾਤਾ ਪਿਤਾ ਸਫਾਈ ਕਰਦੇ ਸਨ। ਛੋਟੇ ਹੁੰਦਿਆਂ ਜਦੋਂ ਸੋਝੀ ਨਹੀਂ ਸੀ, ਮਲ ਮੂਤਰ ਤਿਆਗਣਾ ਤੇ ਬਿਸਤਰ ਉੱਪਰ ਕਰ ਦੇਣਾ, ਸਫਾਈ ਕੌਣ ਕਰਦੇ ਸਨ? ਮਾਤਾ ਪਿਤਾ। ਕਹਿੰਦੇ ਹੁਣ ਕੌਣ ਕਰਦੇ ਹਨ? ਕਹਿੰਦੇ ਹੁਣ ਮੇਰੇ ਅੰਦਰ ਦੀ ਜਿਹੜੀ ਮੈਲ ਹੈ ਨਾ, ਉਹਦੀ ਸਫਾਈ ਨਿੰਦਾ ਕਰਨ ਵਾਲੇ ਕਰ ਦਿੰਦੇ ਨੇ। ਗੱਜ ਕੇ ਆਖੋ ਸਤਨਾਮ। ਕਹਿੰਦੇ ਮੇਰੇ ਮਾਤਾ ਪਿਤਾ ਹਨ ਨਿੰਦਕ। ਜਿਵੇਂ ਛੋਟੇ ਹੁੰਦਿਆਂ ਮਾਤਾ ਪਿਤਾ ਸਫਾਈ ਕੀਤੀ ਜੀਵਨ ਦੀ, ਹੁਣ ਨਿੰਦਕ ਪਿਆ ਕੰਮ ਕਰਦਾ ਹੈ। ਵੇਖੋ ਸਤਿਗੁਰੂ ਜੀਆਂ ਨੇ ਪਾਵਨ ਬਾਣੀ ਅੰਦਰ ਤਾਕੀਦ ਕੀਤੀ ਹੈ ਸਾਨੂੰ ਬਹੁਤਾਤ ਵਿੱਚ ਵਾਰ-ਵਾਰ। ਨਿੰਦਾ ਭਲੀ ਕਿਸੇ ਕੀ ਨਾਹੀ, ਪਰ ਮਨਮੁਖ ਬੰਦੇ ਨੇ ਉਹ ਨਿੰਦਿਆ ਚੁਗਲੀ ਵਿੱਚ ਪੈ ਗਿਆ। ਮੋਹ ਕਾਲੇ ਤਿਨ ਨਿੰਦਕਾ ਨਰਕੇ ਘੋਰ ਪਵੰਨਾ। ਉਹ ਭਾਈ ਮੂੰਹ ਕਾਲੇ, ਉਹ ਮੂੰਹ ਕਾਲੇ ਵਾਲੇ ਗਿਣੇ ਗਏ। ਮੂੰਹ ਕਾਲੇ ਤਿਨ ਨਿੰਦਕਾਂ ਨਰਕੇ ਡੂੰਘੇ ਘੋਰ ਨਰਕ ਵਿੱਚ ਉਹ ਸੁੱਟੇ ਗਏ। ਏ ਮਨ ਜੈਸਾ ਸੇਵੈ ਤੈਸਾ ਹੋਵੈ, ਤੇ ਕਰਮ ਕਮਾਏ। ਸਾਧ ਸੰਗਤ ਜੀਓ ਇਹ ਪੰਕਤੀ ਧਿਆਨ ਨਾਲ ਆਪ ਜੀਆਂ ਨੇ ਸਰਵਣ ਕਰਨੀ। ਇਸ ਪੰਕਤੀ ਨੂੰ ਵਾਰ-ਵਾਰ ਹਿਰਦੇ ਅੰਦਰ ਵਿਚਾਰਨਾ। ਏ ਮਨ ਜੈਸਾ ਸੇਵੈ ਤੈਸਾ ਹੋਵੈ। ਹੁਣ ਨਿੰਦਾ ਕਿਸ ਦੀ ਕੀਤੀ ਗਈ? ਉਹਨੂੰ ਹਿਰਦੇ ਅੰਦਰ ਵਾਰ-ਵਾਰ ਚੇਤੇ ਕੀਤਾ ਗਿਆ ਜਿਹੜਾ ਆਪਣੇ ਆਤਮਿਕ ਜੀਵਨ ਤੋਂ ਡਿੱਗਿਆ ਹੋਇਆ ਸੀ। ਉਹਨੂੰ ਵਾਰ-ਵਾਰ ਧਿਆਇਆ ਗਿਆ, ਚੇਤੇ ਕੀਤਾ ਗਿਆ, ਤੇ ਹੋਇਆ ਕਿ ਬੰਦਾ ਉਹਦੇ ਜੀਵਨ ਵਰਗਾ ਹੀ ਹੋਏਗਾ ਨਾ। ਇਹ ਮਨ ਜੈਸਾ ਸੇਵੈ, ਜਿੱਦਾਂ ਦੇ ਤੂੰ ਸੇਵੇਂਗਾ ਤੈਸਾ ਹੋਵੈ, ਤੇਹੇ ਕਰਮ ਕਮਾਏ, ਉਦਾਂ ਦਾ ਤੇਰਾ ਜੀਵਨ ਬਣ ਜਾਏਗਾ।
ਜਿਨ੍ਹਾਂ ਨੇ ਸਾਧ ਸੰਗਤ ਜੀਓ ਆਪਣਾ ਜੀਵਨ ਜਿਨ੍ਹਾਂ ਨੇ ਕਮਾਉਣਾ ਹੈ, ਮਹਾਂਪੁਰਸ਼ ਲੋਕ, ਉਹ ਤਾਂ ਛੇਤੀ ਕੀਤਿਆਂ ਕਿਸੇ ਦੇ ਘਰ ਦਾ ਭੋਜਨ ਤੱਕ ਨਹੀਂ ਛਕਦੇ। ਜਿਨ੍ਹਾਂ ਨੇ ਆਪਣੇ ਜੀਵਨ ਨੂੰ ਘਾੜਤ ਘੜਨੀ ਹੈ, ਛੇਤੀ ਕੀਤਿਆਂ ਕਿਸੇ ਦੇ ਘਰ ਦਾ ਭੋਜਨ ਪ੍ਰਸ਼ਾਦ। ਕਿਉਂ ਜੀ? ਕਹਿੰਦੇ ਕੀ ਪਤਾ ਕਿਸ ਤਰੀਕੇ ਦੇ ਨਾਲ ਭੰਡਾਰਿਆਂ ਦੇ ਵਿੱਚ ਇਸ ਥਾਂ ਤੇ ਭੋਜਨ ਆਇਆ ਹੈ, ਅਨਾਜ ਕਿਸ ਤਰ੍ਹਾਂ ਇਕੱਠਾ ਕੀਤਾ ਗਿਆ ਹੈ, ਕਿਸ ਤਰ੍ਹਾਂ ਦੀ ਇਹਨਾਂ ਦੀ ਉਪਜੀਵਕਾ ਕਿਸ ਤਰ੍ਹਾਂ ਦੀ ਹੈ। ਤੇ ਜਿੱਦਾਂ ਦਾ ਭੋਜਨ ਛਕਾਂਗੇ ਭਾਈ, ਉਦਾਂ ਦਾ ਫਿਰ ਜੈਸਾ ਅੰਨ ਹੋਏਗਾ ਤੈਸਾ ਮਨੁਆ ਵੀ ਤੈਸਾ ਬਣ ਜਾਏਗਾ। ਇਹ ਮਨ ਜੈਸਾ ਸੇਵੈ ਤੈਸਾ ਹੋਵੈ, ਜਿੱਦਾਂ ਦੇ ਤੂੰ ਸੇਵੇਂਗਾ ਉਦਾਂ ਦਾ ਤੂੰ ਹੋ ਜਾਏਗਾ। ਤੇ ਇਹ ਕਰਮ ਕਮਾਏ ਉਦਾਂ ਦੇ ਫਿਰ ਕਰਮ ਵੀ ਘੜੇ ਜਾਣਗੇ। ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਛੂ ਨਾ ਜਾਏ। ਆਪ ਬੀਜ ਆਪੇ ਹੀ ਖਾਵਣਾ, ਹੁਣ ਨਿਯਮ ਹੈ ਜੈਸਾ ਤੂੰ ਬੀਜੇਗਾ ਉਦਾਂ ਦਾ ਤੂੰ ਖਾਏਗਾ। ਲੋੜੈ ਦਾਖ ਬਿਜੂਰੀਆਂ, ਕਿੱਕਰ ਬੀਜੈ ਜੱਟ, ਹੰਡਾ ਉੱਨ ਕਤਾਏਂ ਦਾ, ਪੈਂਦਾ ਲੋੜੈ ਪੱਟ। ਫਰੀਦਾ ਲੋੜੈ ਦਾਖ ਬਿਜੂਰੀਆਂ, ਚਾਹੁੰਦਾ ਹੈ ਬਿਜੋਰ ਦੇਸ਼ ਦੀਆਂ ਦਾਖਾਂ ਮਿਲਣ ਮੈਨੂੰ ਖਾਣ ਵਾਸਤੇ। ਲੋਚਾ ਰੱਖਦਾ ਹੈ ਸਾਹਿਬ ਦੀ ਦਰਗਾਹ ਦੇ ਅੰਦਰ ਮਾਨ ਸਨਮਾਨ ਮਿਲੇ। ਪਰ ਇਹ ਕਿਵੇਂ ਹੋਵੇਗਾ ਜੇ ਤੂੰ ਇੱਥੇ ਨਹੀਂ ਚੰਗੇ ਕਰਮ ਕਰਕੇ ਤੁਰੇਗਾ। ਆਪ ਬੀਜ ਆਪੇ ਹੀ ਖਾਵਣਾ। ਭਾਈ ਸਾਹਿਬ ਜੀ ਰੋਜ਼ ਆਸਾ ਦੀ ਵਾਰ ਵਿੱਚ ਸਾਧ ਸੰਗਤ ਜੀਓ ਪੜ੍ਹਦੇ ਨੇ ਨਾ, ਕੱਪੜ ਰੂਪ ਸੁਹਾਵਣਾ, ਕੱਪੜ ਰੂਪ ਸੁਹਾਵਣਾ, ਕੱਪੜ ਰੂਪ ਸੁਹਾਵਣਾ, ਕੱਪੜ ਰੂਪ ਸੁਹਾਵਣਾ। ਛੱਡ ਦੁਨੀਆ ਅੰਦਰ ਜਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ, ਮੰਦਾ ਚੰਗਾ ਆਪਣਾ, ਮੰਦਾ ਚੰਗਾ ਆਪਣਾ, ਮੰਦਾ ਚੰਗਾ ਆਪਣਾ। ਆਪੇ ਹੀ ਕੀਤਾ ਪਾਵਣਾ, ਆਪੇ ਹੀ ਕੀਤਾ ਪਾਵਣਾ, ਆਪੇ ਹੀ ਕੀਤਾ ਪਾਵਣਾ, ਆਪੇ ਹੀ ਕੀਤਾ ਪਾਵਣਾ। ਹੁਣ ਮਹਾਰਾਜ ਜੀ ਨੇ ਮੋਹਰ ਲਾ ਦਿੱਤੀ ਹੈ, ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਛੂ ਨਾ ਜਾਏ। ਮਹਾਰਾਜ ਕਹਿੰਦੇ ਜਿਹੜਾ ਨਿਯਮ ਹੈ ਨਾ, ਇਹ ਨਹੀਂ ਬਦਲਦਾ, ਇਹ ਨਹੀਂ ਚੇਂਜ ਹੁੰਦਾ। ਇਹ ਸਦੀਵੀ ਪੱਕੀ ਗੱਲ ਹੈ। ਇਹ ਏਦਾਂ ਹੀ ਹੋਵੇਗਾ, ਜੈਸਾ ਤੂੰ ਬੀਜ ਬੀਜੇਗਾ ਵੈਸਾ ਫਲ ਹੋਵੇਗਾ। ਮਹਾਪੁਰਖਾ ਕਾ ਬੋਲਣਾ ਹੋਵੇ ਕਿਤੈ ਪਰਥਾਏ। ਭਲੇ ਪੁਰਖਾਂ ਦਾ ਬੋਲਣਾ ਕਿਸੇ ਪ੍ਰਸੰਗ ਦੇ ਅੰਦਰ ਹੈ। ਮਹਾਂਪੁਰਖਾਂ ਦਾ ਬੋਲਣਾ ਸੰਸਾਰ ਦੇ ਭਲੇ ਹਿੱਤ ਹੈ। ਓਏ ਅੰਮ੍ਰਿਤ ਭਰੇ ਭਰਪੂਰ ਹੈ, ਓ ਨਾ ਤਿਲ ਨਾ ਤਮਾਏ। ਨਾਮ ਅੰਮ੍ਰਿਤ ਰਸ ਦੇ ਨਾਲ ਭਰਪੂਰ ਹਨ। ਓਏ ਅੰਮ੍ਰਿਤ ਭਰੇ ਭਰਪੂਰ ਹੈ, ਭਰੇ ਹੋਏ ਹਨ। ਉਹਨਾਂ ਤਿਲ ਨਾ ਤਮਾਏ, ਉਹਨਾਂ ਨੂੰ ਤਿਲ ਮਾਤਰ ਵੀ ਤਮਾ ਲਾਲਚ ਨਹੀਂ ਹੈ। ਕਿਹਨਾਂ ਨੂੰ? ਮਹਾਂਪੁਰਖਾਂ ਨੂੰ, ਜਿਨ੍ਹਾਂ ਦੀ ਗੱਲ ਸਤਿਗੁਰੂ ਜੀ ਨੇ ਪਿਛਲੀ ਪੰਕਤੀ ਵਿੱਚ ਕੀਤੀ ਹੈ। ਉਹਨਾਂ ਨੂੰ ਕੋਈ ਵੀ ਤਮਾ ਲਾਲਚ ਇਹ ਨਹੀਂ ਹੈ। ਹਾਂ, ਜਿਹੜੇ ਉਹਨਾਂ ਨਾਲ ਜੁੜਦੇ ਹਨ, ਜਿਹੜੇ ਉਹਨਾਂ ਕੋਲ ਆਏ, ਉਹਨਾਂ ਦੀ ਸੇਵਾ ਵਿੱਚ ਜੁੜੇ, ਉਹਨਾਂ ਦੇ ਕੋਲੋਂ ਆਣ ਕੇ ਜੀਵਨ ਦੀ ਲੋਚਾ ਸੇਧ ਮੰਗੀ, ਉਹ ਉਹਨਾਂ ਕੋਲੋਂ ਫਲ ਪ੍ਰਾਪਤ ਕਰਕੇ ਚਲੇ ਗਏ। ਉਹਨਾਂ ਕੋਲੋਂ ਜੀਵਨ ਦੀ ਉਹਨਾਂ ਨੇ ਸੇਧ ਲੈ ਲਈ। ਮਹਾਂਪੁਰਖਾਂ ਕੋਲੋਂ ਕਿਹਨਾਂ ਨੇ? ਜਿਹੜੇ ਉਹਨਾਂ ਦੇ ਕੋਲ ਆਏ। ਗੁਣਕਾਰੀ ਗੁਣ ਸੰਘਰੈ, ਅਵਰਾ ਉਪਦੇਸੇ ਨਾ। ਗੁਣਕਾਰੀ ਗੁਣ ਸੰਗ੍ਰਹਿ, ਜਿਹੜੇ ਗੁਣਕਾਰੀ ਹਨ,
ਉਹਨਾਂ ਨੇ ਗੁਣ ਇਕੱਠਾ ਕਰ ਲਿਆ, ਉਹਨਾਂ ਨੇ ਗੁਣ ਇਕੱਠਾ ਕਰ ਲਿਆ। ਜਦੋਂ ਕੋਈ ਮਹਾਂਪੁਰਸ਼ ਉਦਾਹਰਣ ਦਿੰਦੇ ਹਨ, ਬੜੀਆਂ ਪਿਆਰੀਆਂ ਉਦਾਹਰਨਾਂ ਆਪਣੇ ਜੀਵਨ ਦੇ ਵਿੱਚੋਂ, ਤੇ ਕਹਿੰਦੇ ਭਾਈ ਜੇ ਜੀਵਨ ਬਣਾਉਣਾ ਹੈ ਨਾ, ਜਿਵੇਂ ਆਟਾ ਛਾਨਣ ਵਾਸਤੇ ਛਾਨਣੀ ਹੈ ਨਾ, ਜਿੰਨਾ ਕੁਝ ਚੰਗਾ ਹੋਇਆ ਉਹ ਨਹੀਂ ਕੋਲ ਰੱਖਣਾ, ਜਿਹੜਾ ਕੋਈ ਛਾਣ ਹੈ ਨਾ, ਕੋਈ ਕਿਣਕਾ ਰੋੜ, ਉਹ ਉਹਨੇ ਛਾਨਣੀ ਨੇ ਆਪਣੇ ਕੋਲ ਰੱਖ ਲੈਣਾ ਹੈ। ਜਿੰਨਾ ਕੋਈ ਆਟਾ ਉਹ ਸਾਰਾ ਉਹਨੇ ਕੇਰ ਦੇਣਾ, ਚੰਗਾ ਕੁਝ ਨਹੀਂ ਕੋਲ ਰੱਖਣਾ। ਛੱਜ ਦਾ ਸੁਭਾਅ ਹੈ, ਜਿੰਨਾ ਕੁਝ ਵਿੱਚ ਕੱਖ ਕੰਡਾ ਹੋਵੇਗਾ ਛੱਜ ਨੇ ਸਾਰਾ ਕੁਝ ਸੁੱਟ ਦੇਣਾ, ਆਪਣੇ ਕੋਲ ਕੀ ਰੱਖਣਾ? ਆਪਣੇ ਕੋਲ ਕੇਵਲ ਗੁਣ ਰੱਖਣੇ ਹਨ। ਗੁਣਕਾਰੀ ਗੁਣ ਸੰਗ ਰਹਿਣ ਅਵਰਾ ਉਪਦੇਸੇਨ। ਜਿਹੜੇ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵਣ ਸਾਜ ਨਾ ਮਿਲ ਸਾਂਝ ਕਰੀ ਜੈ। ਉਹਨਾਂ ਨੇ ਵਿੱਚੋਂ ਉੱਥੋਂ ਗੁਣ ਪ੍ਰਾਪਤ ਕਰਨੇ ਹਨ। ਜਿਹੜੇ ਗੁਣਾਂ ਦੇ ਗਾਹਕ ਹਨ ਉਸ ਥਾਂ ਤੇ ਗਏ, ਉੱਥੋਂ ਉਹਨਾਂ ਨੇ ਗੁਣ ਵਿਹਾਜ ਲਏ। ਮਹਾਂਪੁਰਖਾਂ ਦੀ ਸੇਵਾ ਵਿੱਚ ਜੁੜੇ, ਉਸ ਥਾਂ ਤੋਂ ਉਹਨਾਂ ਨੇ ਸੰਗ੍ਰਹਿਣ ਭਾਵ ਇਕੱਠੇ ਕਰਨੇ, ਉਹਨਾਂ ਨੇ ਉਸ ਥਾਂ ਤੋਂ ਗੁਣਾਂ ਦੀ ਪ੍ਰਾਪਤੀ ਉਹਨਾਂ ਕੀਤੀ। ਅਵਰਾ ਉਪਦੇਸੇਨ, ਤੇ ਹੋਰਨਾਂ ਨੂੰ ਵੀ ਉਹਨਾਂ ਨੇ ਚੰਗੇ ਮਾਰਗ ਵੱਲ ਪ੍ਰੇਰਿਤ ਕੀਤਾ। ਸੇ ਵਡ ਭਾਗੀ ਜੇ ਉਹਨਾਂ ਮਿਲ ਰਹੇ, ਅਨ ਦਿਨ ਨਾਮ ਲਾਏ ਨਾ। ਉਹ ਵੱਡਿਆਂ ਭਾਗਾਂ ਵਾਲੇ ਹਨ। ਸੇ ਵਡ ਭਾਗੀ ਜੇ ਉਹਨਾਂ ਮਿਲ ਰਹੇ, ਉਹ ਵੱਡਿਆਂ ਭਾਗਾਂ ਵਾਲੇ ਹਨ। ਅਨ ਦਿਨ ਦਿਨ ਤੇ ਰਾਤ ਸਾਹਿਬ ਦੇ ਨਾਮ ਸਿਮਰਨ ਵਿੱਚ ਜੁੜੇ। ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ। ਦੇਸੀ ਦੇਵੇਗਾ ਰਿਜ਼ਕ ਸੰਭਾਹੇ ਸਾਰਿਆਂ ਨੂੰ, ਜਿਨੂੰ ਪਾਈ ਮੇਦਨੀ, ਜਿਸ ਨੇ ਆ ਮੇਦਨੀ ਸਾਜੀ ਹੈ, ਜਿਸ ਨੇ ਆ ਸ੍ਰਿਸ਼ਟੀ ਸਾਜੀ ਹੈ ਸਾਹਿਬ ਨੇ, ਉਹ ਤੈਨੂੰ ਰਿਜ਼ਕ ਵੀ ਤਾਂ ਦੇਗਾ ਨਾ। ਜਿਹਨੇ ਇੰਨਾ ਵੱਡਾ ਖੰਡ ਬ੍ਰਹਿਮੰਡ ਸਾਜੇ, ਇੰਨਾ ਸੰਸਾਰ ਸਾਜਿਆ, ਉਹ ਤੈਨੂੰ ਰਿਜ਼ਕ ਵੀ ਤੈਨੂੰ ਜ਼ਰੂਰ ਦੇਵੇਗਾ। ਏਕੋ ਹੈ ਦਾਤਾਰ ਸੱਚਾ ਆਪ ਤਣੀ। ਇੱਕੋ ਦਾਤਾ ਹੈ, ਉਹ ਪਰਿਪੂਰਨ ਪਰਮਾਤਮਾ ਇੱਕੋ ਹੈ ਦਾਤਾਰ, ਤਥਾ ਉਸ ਦੀ ਵੀ ਸੱਚਾ ਹੈ। ਸੋ ਸੱਚ ਤੇਰੇ ਨਾਲ ਹੈ, ਗੁਰਮੁਖ ਨਦਰ ਨਿਹਾਲ। ਗੁਰੂ ਦੇ ਰਾਹੀਂ ਤੂੰ ਵੇਖ, ਕੀ ਮਾਲਕ ਜੀ ਕੀ ਵੇਖਣਾ ਹੈ? ਉਹ ਪਰਿਪੂਰਨ ਪਰਮਾਤਮਾ ਸੋ ਸੱਚ ਤੇਰਾ ਨਾਲ ਹੈ, ਉਹ ਨਾਲ ਤੇਰੇ ਹੈ। ਗੁਰਮੁਖ ਨਦਰ ਨਿਹਾਲ, ਗੁਰੂ ਦੇ ਰਾਹੀਂ ਤੂੰ ਵੇਖਣਾ ਕਰ। ਆਪੇ ਬਖਸ਼ੇ ਮੇਲ ਲਏ, ਸੋ ਪ੍ਰਭ ਸਦਾ ਸੰਭਾਲ। ਉਹ ਆਪ ਤੈਨੂੰ ਆਪਣੇ ਨਾਲ ਮੇਲ ਲਏਗਾ, ਸੋ ਪ੍ਰਭ ਉਸ ਪ੍ਰਭੂ ਨੂੰ ਸਦਾ ਸੰਭਾਲ, ਹਮੇਸ਼ਾ ਤੂੰ ਸੰਭਾਲ, ਭਾਵ ਯਾਦ ਰੱਖ। ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ। ਅੰਦਰ ਮੈਲਾ ਹੈ, ਮੈਲੇ ਮਨ ਦੇ ਨਾਲ ਪ੍ਰਭੂ ਨੂੰ ਨਹੀਂ ਉਹ ਮਿਲਿਆ ਜਾਣਾ। ਇਹ ਦੋ ਚੀਜ਼ਾਂ ਨਹੀਂ ਉਹ ਚੱਲਣੀਆਂ। ਸਾਹਿਬ ਜੀਆਂ ਨੇ ਬਾਖੂਬੀ ਬੜਾ ਸੋਹਣਾ ਜ਼ਿਕਰ ਕੀਤਾ ਪਾਵਨ ਪਵਿੱਤਰ ਬਾਣੀ ਦੇ ਅੰਦਰ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਕਹਿੰਦੇ ਏਤੇ ਰਸ ਸਰੀਰ ਕੇ ਕੈਂਕਟ ਨਾਮ ਨਿਵਾਸ। ਰਸ ਸੋਇਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ਼੍ਰੀ ਰਾਗ ਦਾ ਸ਼ਬਦ ਹੈ ਸਾਰਾ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਕਹਿੰਦੇ ਵੀ ਇੰਨੇ ਰਸਾਂ ਨਾਲ ਭਰਿਆ ਪਿਆ ਹੈ ਸਰੀਰ, ਕੋਈ ਹੈ ਥਾਂ ਖਾਲੀ ਵੀ ਜਿੱਥੇ ਨਾਮ ਟਿਕ ਜਾਏ। ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ। ਕਿਵੇਂ ਮਿਲੇਗਾ ਮੈਲੇ ਮਨ ਦੇ ਨਾਲ? ਪ੍ਰਭ ਮੇਲੇ ਤਾਂ ਮਿਲ ਰਹਿ, ਹਉ ਮੈਂ ਸ਼ਬਦ ਜਲਾਏ। ਉਹ ਨਦਰੇ ਅਨਾਇਤ ਕਰ ਦਵੇ, ਜਿੱਦਨ ਉਹ ਖਲੋ ਜਾਏ। ਜਿੱਥੇ ਉਹ ਰਹਿਮਤ ਕਰ ਦਵੇ, ਫਿਰ ਉਹ ਪਾਪੀਆਂ ਨੂੰ ਵੀ ਤਾਰ ਲੈਂਦਾ ਹੈ। ਪ੍ਰਭ ਮੇਲੇ ਤਾਂ ਮਿਲ ਰਹਿ, ਜੇ ਉਹ ਮੇਲ ਲਏ ਤਾਂ ਮਿਲਿਆ ਜਾ ਸਕਦਾ ਹੈ। ਸੋ ਸੋ ਸੱਚਾ ਬੇਸਰੈ,
ਤ੍ਰਿਗ ਜੀਵਨ ਸੰਸਾਰ। ਤ੍ਰਿਗ ਹੈ ਭਾਈ ਉਹ ਜਿਉਣਾ, ਕਿਉਂ ਜੀ? ਸੋ ਸੱਚਾ ਵੀਸਰੈ, ਜੇ ਉਹ ਸੱਚਾ ਪਰਿਪੂਰਨ ਪਰਮਾਤਮਾ ਵਸਾਰ ਦਈਏ। ਨਾਦਰ ਕਰੇ ਨਾ ਬੀਸਰੈ, ਗੁਰਮਤੀ ਵਿਚਾਰ। ਨਦਰ ਕਰੇ, ਰਹਿਮਤ ਕਰੇ ਨਾ ਵੀਸਰੈ, ਗੁਰਮਤੀ ਵਿਚਾਰ। ਗੁਰੂ ਦੀ ਮੱਤ ਦੇ ਨਾਲ, ਗੁਰੂ ਦੀ ਬਖਸ਼ੀ ਹੋਈ ਮੱਤ ਦੇ ਨਾਲ, ਗੁਰੂ ਦੇ ਦਿੱਤੇ ਹੋਏ ਸੰਦੇਸ਼ ਦੇ ਨਾਲ ਜਿਉ ਰਹਿਮਤ ਕਰ ਦਏ, ਫਿਰ ਉਹ ਪਰਿਪੂਰਨ ਪਰਮਾਤਮਾ ਨਹੀਂ ਵਿਸਰਦਾ। ਸਤਿਗੁਰ ਮੇਲੇ ਤਾਂ ਮਿਲ ਰਹਾ, ਸਾਚ ਰੱਖਾ ਉਰ ਤਾਰ। ਸਤਿਗੁਰ ਸਾਹਿਬ ਸੱਚਾ ਪਾਤਸ਼ਾਹ ਆਪਣੇ ਨਾਲ ਮੇਲ ਲਏ, ਫਿਰ ਭਾਈ ਉਹ ਵਿਛੋੜਾ ਕਦੇ ਨਹੀਂ ਹੁੰਦਾ। ਮਿਲਿਆ ਹੋਏ ਨਾ ਵਿਛੋੜਾ, ਗੁਰ ਕਾ ਹੇਤ ਪਿਆਰ। ਮਿਲਿਆ ਹੋਏ ਜਿਹਨੂੰ ਭਾਈ ਉਹ ਆਪ ਮੇਲ ਲਏ, ਮਿਲਿਆ ਹੋਏ ਨਾ ਵਿਛੜੈ, ਫਿਰ ਉਹ ਜਿਹਨੂੰ ਆਪਣੇ ਨਾਲ ਸਾਧ ਸੰਗਤ ਜੀਓ ਮੇਲ ਲਏ, ਨਾ ਵਿਛੜਾ ਨਹੀਂ ਵਿਛੜਦਾ। ਗੁਰ ਕਾ ਹੇਤ ਪਿਆਰ, ਭਾਈ ਜਿਹੜਾ ਗੁਰੂ ਮਾਲਕ ਜੀਆਂ ਦੇ ਨਾਲ ਉਸ ਪਿਆਰ ਦੇ ਸੰਗ ਜੁੜ ਜਾਏ। ਫਿਰ ਸਾਲਾਹੀ ਆਪਣਾ, ਗੁਰ ਕਾ ਸ਼ਬਦ ਵਿਚਾਰ। ਮੈਂ ਆਪਣੇ ਪਿਰ ਨੂੰ ਸਲਾਹਾਂ, ਮੈਂ ਆਪਣੇ ਸਾਹਿਬ ਆਪਣੇ ਖਸਮ ਨੂੰ ਮੈਂ ਸਲਾਹੁਤਾ ਕਰਾਂ ਉਸ ਸਾਹਿਬ ਦੀ। ਗੁਰ ਕਾ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਵਿਚਾਰ ਰਾਹੀਂ। ਮਿਲ ਪ੍ਰੀਤਮ ਸੁਖ ਪਾਇਆ, ਸੋਭਾ ਬੰਤੀ ਨਾਰ। ਉਹ ਨਾਰ ਜੀਵ ਰੂਪੀ ਇਸਤਰੀ ਸ਼ੋਭਾ ਵਾਲੀ ਹੋ ਗਈ। ਕੌਣ ਜੀ? ਮਿਲ ਪ੍ਰੀਤਮ, ਜਿਨੇ ਪ੍ਰੀਤਮ ਨੂੰ ਪਾਇਆ। ਮਿਲ ਪ੍ਰੀਤਮ ਸੁਖ ਪਾਇਆ, ਵੱਡਾ ਸੁਖ ਵੀ ਪ੍ਰਾਪਤ ਕੀਤਾ। ਮਨ ਮੁਖ ਮਨ ਨਾ ਭਿਜਈ, ਅਤ ਮੈਲੇ ਚਿੱਤ ਕਠੋਰ। ਦੂਸਰੇ ਬੰਨੇ ਮਨਮੁਖ ਬੰਦੇ ਦਾ ਅੰਦਰ ਮਨਮੁਖ ਮਨ ਨਾ ਭਿਜਈ, ਮਨੁਆ ਨਹੀਂ ਭਿਜਦਾ। ਕਿਵੇਂ ਨਹੀਂ ਭਿਜਦਾ? ਕਹਿੰਦੇ ਭਾਵੇਂ ਕਈ ਰੋਜ਼ ਪੱਥਰ ਜੋ ਹੈ ਪਾਣੀ ਵਿੱਚ ਪਿਆ ਰਹੇ, ਸੋਚਿਆ ਵੀ ਇਹ ਭਿੱਜ ਗਿਆ ਹੋਵੇਗਾ, ਅੰਦਰੋਂ ਤੋੜ ਕੇ ਵੇਖਿਆ ਜਾਂ ਬਾਹਰ ਕੱਢ ਕੇ ਵੇਖਿਆ, ਥੋੜੀ ਹਵਾ ਪਈ, ਜਿਵੇਂ ਪਹਿਲਾਂ ਸੁੱਕਾ ਸੀ ਉਸੇ ਤਰ੍ਹਾਂ ਸੁੱਕਾ ਰਹਿ ਗਿਆ। ਸਾਹਿਬ ਜੀ ਨੇ ਉਦਾਹਰਣ ਦਿੱਤੀ, ਮਨ ਮੁਖ ਮਨ ਨਾ ਭਿਜਈ, ਅਤ ਮੈਲੇ ਚਿੱਤ ਕਠੋਰ। ਉਸੇ ਤਰ੍ਹਾਂ ਹੀ ਕਠੋਰ ਚਿੱਤ ਭਾਵੋ ਬਣਿਆ ਰਿਹਾ। ਸਪੈ ਦੁੱਧ ਪਿਆਈਐ, ਅੰਦਰ ਬਿਸ ਨਿਕੋਰ। ਭਾਵੇਂ ਕਿਸੇ ਨੇ ਕਈ ਰੋਜ਼ ਦੁੱਧ ਵੀ ਪਿਲਾਇਆ, ਪਰ ਉਹਨੇ ਆਪਣਾ ਜ਼ਹਿਰ ਵਾਲਾ ਸੁਭਾਅ ਨਹੀਂ ਤਿਆਗਿਆ। ਆਪ ਕਰੇ ਕਿਸੇ ਆਖੀਐ, ਆਪੇ ਬਖਸ਼ਣ ਹਾਰ। ਮੇਰੇ ਸਾਹਿਬ ਕਹਿਣ ਲੱਗੇ, ਮਾਲਕ ਜੀ ਆਪ ਕਰੇ ਕਿਸੇ ਆਖੀਐ। ਮਾਲਕ ਜੀ ਤੂੰ ਹੀ ਬਖਸ਼ਣਹਾਰਾ ਹੈ। ਗੁਰਦੇਵ ਜੀ ਉਹਨਾਂ ਨੂੰ ਵੀ ਸਾਹਿਬ ਜੀਓ ਆਪ ਜੀਆਂ ਨੇ ਹੀ ਸੇਧ ਬਖਸ਼ਣੀ ਹੈ। ਗੁਰ ਸ਼ਬਦੀ ਮੈਲ ਉਤਰੈ, ਤਾਂ ਸੱਚ ਬਣਿਆ ਸ਼ਿੰਗਾਰ। ਉਹ ਸ਼ਿੰਗਾਰ ਸੱਚਾ ਬਣ ਗਿਆ ਕਿਵੇਂ? ਗੁਰ ਸ਼ਬਦੀ ਮੈਲ ਉਤਰੈ, ਗੁਰੂ ਦੇ ਸ਼ਬਦ ਦੇ ਰਾਹੀਂ ਮੈਲ ਉਤਰ ਗਈ, ਤੇ ਸ਼ਿੰਗਾਰ ਉਹਨਾਂ ਦੇ ਜੀਵਨ ਦਾ ਵੀ ਸ਼ਿੰਗਾਰ ਸੱਚਾ ਬਣ ਗਿਆ। ਸੱਚਾ ਸ਼ਾਹ ਸੱਚੇ ਬਣ ਜਾਰੇ, ਉੱਥੈ ਕੂੜੇ ਨਾ ਟਿਕਨ। ਕਹਿੰਦੇ ਭਾਈ ਉਹ ਸ਼ਾਹ ਸੱਚਾ ਹੈ, ਉਹ ਸ਼ਾਹ ਸੱਚਾ ਹੈ। ਸੱਚੇ ਵਣਜਾਰੇ ਜਿਹੜੇ ਵਣਜ ਕਰਨ ਗਏ, ਵਣਜਾਰੇ ਵੀ ਸੱਚੇ ਹਨ, ਉਥੇ ਝੂਠ ਨਹੀਂ ਟਿਕਦਾ। ਉਹਨਾਂ ਸੱਚ ਨਾ ਪਾਵੇ, ਦੁਖੀ ਮਾਹੇ ਪਚੰਨ। ਪਰ ਜਿਹੜੇ ਮਨਮੁਖ ਇਤਿਆਦਕ ਹਨ, ਉਹਨਾਂ ਸੱਚ ਨਾ ਭਾਵਨੀ। ਪਰ ਜਿਹੜੇ ਮਨਮੁਖ ਹਨ, ਉਹਨਾਂ ਨੂੰ ਸੱਚ ਇਹ ਚੰਗਾ ਨਹੀਂ ਲੱਗਦਾ। ਕਿੰਨਾਂ ਨੂੰ? ਜਿਨ੍ਹਾਂ ਦਾ ਜ਼ਿਕਰ ਮਹਾਰਾਜ ਜੀਆਂ ਨੇ ਪਿੱਛੇ ਕੀਤਾ, ਮਨਮੁਖ ਮਨ ਨਾ ਭਿਜਈ, ਅਤ ਮੈਲੇ ਚਿੱਤ ਕਠੋਰ। ਪਰ ਦੂਸਰੇ ਪਾਸੇ ਜਿਹੜੇ ਉਹ ਸੱਚੇ ਸ਼ਾਹ ਦੇ ਨਾਲ ਵਣਜ ਕਰਨ ਵਾਲੇ ਵਣਜਾਰੇ ਹਨ, ਮਹਾਰਾਜ ਕਹਿੰਦੇ ਭਾਈ ਉਹ ਸੱਚੇ ਹਨ। ਹਉਮੈ ਮਹਿਲਾ ਜਗ ਫਿਰੈ, ਮਰ ਜੰਮੈ ਬਾਰੋ ਬਾਰ। ਇਹ ਜਗਤ ਮੈਲਾ ਮਰ ਮਰ ਕੇ, ਵਾਰ ਵਾਰ ਖਪ ਖਪ ਕੇ
ਮਰ ਕੇ ਫਿਰ ਜਨਮ ਲੈਂਦਾ ਹੈ, ਮਰ ਕੇ ਫਿਰ ਜਨਮ ਲੈਂਦਾ, ਇਸੇ ਗੇੜ ਵਿੱਚ ਹਉਮੈ ਵਸ ਹੋ ਕੇ ਪਿਆਰਿਆ ਹੈ। ਪਾਇਆ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ। ਇਹ ਭਾਈ ਇਹਨੂੰ ਕੌਣ ਮੇਟ ਸਕਦਾ ਹੈ? ਇਹ ਤਾਂ ਪੂਰਬਲੇ ਕਰਮਾਂ ਦੇ ਲੇਖ ਲਿਖੇ ਹਨ। ਸੰਤਾ ਸੰਗਤ ਮਿਲ ਰਹਿ ਤਾ ਸੱਚ ਲੱਗੈ ਪਿਆਰ। ਜੇ ਭਲੇ ਪੁਰਖਾਂ ਦੀ ਸੰਗਤ ਦੇ ਅੰਦਰ ਸੰਤਾਂ ਸੰਗਤ ਮਿਲ ਰਹਿ, ਭਲੇ ਪੁਰਖਾਂ ਦੀ ਸੰਗਤ ਵਿੱਚ ਮਿਲ ਕਰਕੇ ਜੁੜ ਕਰਕੇ ਲੱਗ ਗਏ ਤਾਂ ਸੱਚ ਲੱਗਾ ਪਿਆਰ। ਇਹ ਪਿਆਰ ਸੱਚਾ ਸਨੇਹ ਜੁੜ ਜਾਵੇਗਾ। ਸੱਚ ਸਲਾਹੀ ਸੱਚ ਮਨ ਦਰ ਸੱਚੈ ਸਚਿਆਰ। ਇਹ ਭਾਈ ਸੱਚੇ ਮਨ ਦੇ ਨਾਲ ਸੱਚ ਸਲਾਹੀ, ਸੱਚੇ ਨੂੰ ਸਲਾਹ ਕਾਦੇ ਨਾਲ? ਸੱਚ ਮਨ, ਸੱਚੇ ਮਨ ਦੇ ਨਾਲ। ਦਰ ਸੱਚੈ ਸਚਿਆਰ, ਫਿਰ ਉਹਦੇ ਦੁਆਰੇ ਤੇ ਸਚਿਆਰ ਹੋ ਜਾਈਦਾ ਹੈ। ਗੁਰ ਪੂਰੇ ਪੂਰੀ ਮਤ ਹੈ ਅਹਨਿਸ ਨਾਮ ਧਿਆਏ। ਪੂਰੇ ਗੁਰੂ ਦੀ ਬਖਸ਼ੀ ਮਤ ਦੇ ਨਾਲ ਜੀਵ ਨੇ ਪੂਰੀ ਮਤ ਦੇ ਨਾਲ ਅਹਨਿਸ ਨਾਮ ਧਿਆਏ, ਫਿਰ ਦਿਨ ਤੇ ਰਾਤ ਮਾਲਕ ਨੂੰ ਸਿਮਰਿਆ ਹੈ। ਹਉਮੈ ਮੇਰਾ ਵੱਡ ਰੋਗ ਹੈ ਵਿੱਚੋ ਠਾਕ ਰਹਾਏ। ਪੂਰੇ ਪੂਰੀ ਮਤ ਦੇ ਨਾਲ ਕੀ ਬਖਸ਼ਿਸ਼ ਹੋਈ? ਹਉਮੈ ਮੇਰਾ ਵੱਡ ਰੋਗ ਹੈ। ਮਾਲਕ ਜੀਆਂ ਨੇ ਰਹਿਮਤ ਕੀਤੀ, ਜਿਹੜਾ ਵੱਡਾ ਰੋਗ ਸੀ ਮਹਾਰਾਜ ਜੀਆਂ ਨੇ ਇਸ ਹਉਮੈ ਰੋਗ ਨੂੰ, ਵੱਡਾ ਰੋਗ ਵਿਕਾਰਾਂ ਵਿੱਚੋਂ ਹਉਮੈ ਵੱਡਾ ਰੋਗ ਹੈ, ਇਹਨੂੰ ਸਾਹਿਬ ਜੀਆਂ ਨੇ ਕਈ ਥਾਵਾਂ ਤੇ ਬਖਸ਼ਿਸ਼ ਕੀਤੀ। ਪਾਵਨ ਆਸਾ ਦੀ ਵਾਰ ਵਿੱਚ ਵੀ ਸਰਵਣ ਕਰਨੇ ਹਾਂ। ਇਹਨਾਂ ਵਿਕਾਰਾਂ ਦੇ ਵਿੱਚੋਂ ਹਉਮੈ ਨੂੰ ਵੱਡਾ ਰੋਗ ਕਰਕੇ ਗਿਣਿਆ ਹੈ। ਵਿੱਚੋਂ ਠਾਕ ਰਹਾਏ, ਵਿੱਚੋਂ ਇਹਨੂੰ ਰੋਕ ਦਿੱਤਾ, ਖਤਮ ਕਰ ਦਿੱਤਾ। ਗੁਰ ਸਾਲਾਹੀ ਆਪਣਾ ਨਿਵ ਨਿਵ ਲਾਗਾ ਪਾਏ। ਮੈਂ ਆਪਣੇ ਗੁਰੂ ਨੂੰ ਸਲਾਹਾਂ ਨਿਵ ਨਿਵ ਲਾਗਾ ਪਾਏ, ਮੈਂ ਉਹਦੇ ਨਿਵ ਨਿਵ ਕੇ ਝੁਕ ਝੁਕ ਕੇ ਮਾਲਕ ਦੇ ਚਰਨੀ ਲੱਗਾ। ਤਨ ਮਨ ਸੌਂਪੇ ਆਗੈ ਤਰੀ ਵਿੱਚੋ ਆਪ ਗਵਾਏ। ਆਪਣਾ ਆਪ ਹੰਗਤਾ, ਹੰਗਤਾ ਦਾ ਰੋਗ, ਹਉਮੈ ਦਾ ਰੋਗ ਜਿਹੜਾ ਨਿਵਣ ਨਹੀਂ ਦਿੰਦਾ। ਕੀ ਨਹੀਂ ਨਿਵਣ ਦਿੰਦਾ? ਹਉਮੈ ਦਾ ਰੋਗ ਹੀ ਤਾਂ ਨਿਵਣ ਨਹੀਂ ਦਿੰਦਾ। ਮੈਂ ਕਿਉਂ ਨਿਵਾਂ? ਮੇਰੇ ਕੋਲ ਇੰਨਾ ਧਨ ਪਦਾਰਥ ਸੰਪਦਾ, ਮੇਰੇ ਕੋਲ ਇੰਨਾ ਹੈ, ਮੇਰੇ ਕੋਲ ਪੋਸਟ ਏਡੀ ਵੱਡੀ ਹੈ, ਮੈਂ ਕਿਉਂ ਨਿਵਾਂ? ਪਰ ਮਹਾਰਾਜ ਕਹਿੰਦੇ ਹਉਮੈ ਮੇਰਾ ਵੱਡ ਰੋਗ ਹੈ। ਜਿਹੜਾ ਹਉਮੈ ਵੱਡਾ ਰੋਗ ਹੈ, ਇਹਨੂੰ ਜਦੋਂ ਵਿੱਚੋਂ ਖਤਮ ਕਰ ਦਿੱਤਾ, ਤਨ ਮਨ ਸੌਂਪੀ ਆਗੈ ਧਰੀ ਵਿੱਚੋਂ ਆਪ ਗਵਾਏ। ਆਪਾ ਭਾਵ ਗਵਾ ਕਰਕੇ ਜਦੋਂ ਅੰਦਰੋਂ ਹਿਰਦਾ ਸ਼ੁੱਧ ਹੋ ਗਿਆ, ਫਿਰ ਉਸ ਮਾਲਕ ਦੇ ਘਰ ਦੇ ਅੰਦਰ ਜੀਵ ਝੁਕ ਝੁਕ ਕੇ ਉਸ ਮਾਲਕ ਦੇ ਕੋਲ ਜੁੜਿਆ ਹੈ। ਖਿੱਚੋ ਤਾਣ ਬਿਗੁਚੀਐ ਏਕਸ ਸਿਉ ਲਿਵ ਲਾਏ। ਇਹ ਸੰਸਾਰ ਦੀ ਖਿੱਚੋ ਤਾਣ, ਖਿੱਚੋ ਤਾਣ ਵਗੁਚੀ ਹੈ। ਇੱਕ ਸਿਉ ਖਿੱਚੋ ਤਾਣ ਕਾਦੀ ਹੈ? ਦੂਸਰੇ ਪਿਆਰ ਦੇ ਅੰਦਰ, ਭਰਮ ਦੇ ਅੰਦਰ ਜੀਵ ਜਦੋਂ ਪੈ ਗਿਆ। ਏਕਸ ਸਿਉ ਲਿਵ ਲਾਏ, ਇਹ ਕਿਵੇਂ ਦੂਰ ਹੋਈ? ਇੱਕ ਦੇ ਨਾਲ ਜੁੜ ਕਰਕੇ। ਹਉਮੈ ਮੇਰਾ ਛੱਡ ਤੂੰ ਤਾ ਸੱਚ ਰਹਿ ਸਮਾਏ। ਹਉਮੈ ਮੈਂ ਮੇਰਾ, ਹਉਮੈ ਦਾ ਰੋਗ ਇਹਨੂੰ ਛੱਡ ਤਾਂ ਸੱਚ ਰਹਿ ਸਮਾਏ, ਤਾਂ ਸੱਚੇ ਵਿੱਚ ਜੁੜ ਸਕਣਾ ਹੈ। ਸਤਿਗੁਰੂ ਨੂੰ ਮਿਲੇ ਸੇ ਭਾਇਰਾ ਸੱਚਾ ਸ਼ਬਦ ਲਗਾਨਾ। ਮਹਾਰਾਜ ਕਹਿੰਦੇ ਉਹ ਮੇਰੇ ਭਾਈ ਹਨ। ਸੇ ਭਾਇਰਾ, ਭਾਇਰਾ ਤੋਂ ਅਰਥ ਇੱਥੇ ਆਏ ਉਹ ਮੇਰੇ ਭਾਈ ਹਨ। ਕਿਹੜੇ ਜੀ? ਸਤਿਗੁਰ ਨੂੰ ਮਿਲੇ ਸੇ ਭਾਇਰਾ, ਸੱਚਾ ਸ਼ਬਦ ਲਗਨ, ਜਿਹੜੇ ਸੱਚੇ ਸ਼ਬਦ ਵਿੱਚ ਜੁੜੇ ਹਨ। ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚੈ ਦੇ ਸੰਨ। ਸੱਚੇ ਵਿੱਚ ਮੁਲੇ ਨਾ ਵਿਛੜੈ, ਉਹ ਨਹੀਂ ਵਿਛੜਦੇ। ਦਰ ਸੱਚਾ ਦੇ ਸਨ, ਉਹ ਸੱਚੇ ਦਰ ਦੁਆਰੇ ਜੁੜੇ ਰਹੇ। ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ। ਉਹ ਜਿਹੜੇ ਸੱਚੇ ਨੂੰ ਸੇਵਦੇ ਹਨ ਉਹ ਭਾਈ ਹਨ ਮੇਰੇ, ਉਹ ਮੇਰੇ ਸੱਜਣ ਹਨ। ਸੱਜਣ ਜਿਹੜੇ ਸਦੀਵੀ ਨਾਲ ਨਿਭ ਗਏ। ਪਰਿਪੂਰਨ ਮਾਲਕ ਸੱਚੇ ਪਾਤਸ਼ਾਹ ਜੀਆਂ ਦਾ ਮੁਬਾਰਕ ਸ਼ਬਦ ਜਿਹੜਾ ਇੱਥੇ ਜ਼ਿਕਰ ਕੀਤਾ, ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ, ਜਿਨੇ ਸੱਚੇ ਮਾਲਕ ਨੂੰ ਸਿਮਰਿਆ।
ਮਹਾਰਾਜ ਕਹਿੰਦੇ ਉਹ ਮੇਰੇ ਭਾਈ ਹਨ, ਉਹ ਸੱਜਣ ਹਨ। ਆਵਗਣ ਬੇਕਣ ਪਾਲਰਨ ਗੁਣ ਕੀ ਸਾਧ ਕਰਨ। ਅਵਗੁਣਾਂ ਦੇ ਵੱਟੇ ਭਾਵ ਗੁਣਾਂ ਨੂੰ ਉਹ ਸਾਂਝ ਕਰਦੇ ਹਨ, ਪੱਲਰਨ ਵਿਹਾਜਦੇ ਹਨ, ਪ੍ਰਫੁੱਲਤ ਹੁੰਦੇ ਹਨ। ਗੁਣ ਕੀ ਸਾਂਝ ਕਰਨ, ਗੁਣਾਂ ਦੀ ਉਹ ਸਾਂਝ ਕਰਦੇ ਹਨ। ਉਹ ਮੇਰੇ ਭਾਈ ਉਹ ਸੱਜਣ ਹਨ। ਗੁਣ ਕੀ ਸਾਧ ਸੁਖ ਉਪਜੈ ਸੱਚੀ ਭਗਤ ਕਰੇ ਨਾ। ਗੁਣਾਂ ਦੀ ਵੱਡੀ ਸਾਂਝ ਦੇ ਵਿੱਚੋਂ ਕੀ ਸੁਖ ਪ੍ਰਾਪਤ ਹੋਇਆ? ਸੁਖ ਉਪਜੈ, ਸੁਖ ਪ੍ਰਾਪਤ ਹੋਇਆ। ਸੱਚੀ ਭਗਤ ਕਰੇਨ, ਉਹਨਾਂ ਸੱਚੀ ਮਾਲਕ ਜੀਆਂ ਦੀ ਪ੍ਰਭੂ ਭਗਤੀ ਵਿੱਚ ਜੁੜੇ। ਸੱਚ ਬਣੰਜੈ ਗੁਰ ਸ਼ਬਦ ਸਿਉ ਲਾਹਾ ਨਾਮ ਲਾਏ ਨਾ। ਉਹ ਗੁਰੂ ਦੇ ਸ਼ਬਦ ਦੇ ਰਾਹੀਂ ਸੱਚ ਨੂੰ ਵਣਜਿਆ, ਉਹਨਾਂ ਸੌਦਾ ਕੀਤਾ ਸੱਚ ਦਾ, ਕੂੜ ਦਾ ਸੌਦਾ ਨਹੀਂ ਕੀਤਾ। ਆਪਾਂ ਸਾਰਾ ਦਿਨ ਦੇ ਅੰਦਰ, ਸਾਰਾ ਜੀਵਨ ਦੇ ਅੰਦਰ ਇਸ ਸਾਹ ਦੀ ਕੀਮਤ ਜਾਂ ਉਮਰ ਦੀ ਕੀਮਤ ਕੋਈ ਹੈ? ਕੋਈ ਬੰਦਾ ਵੈਂਟੀਲੇਟਰ ਤੇ ਪਿਆ ਹੋਵੇ, ਕੋਈ ਡਾਕਟਰ ਨੂੰ ਕਵੇ ਵੀ ਤੁਸੀਂ ਇੰਨੇ ਰੁਪਏ ਲੈ ਲਓ, ਮੇਰੇ ਇਸ ਰਿਸ਼ਤੇਦਾਰ ਨੂੰ, ਮੇਰੇ ਸਕੇ ਸੰਬੰਧੀ ਨੂੰ ਇੰਨੇ ਕੁ ਦਿਨ ਤੁਸੀਂ ਜੀਵਤ ਰੱਖ ਦਿਓ। ਪੁੱਛ ਕੇ ਵੇਖੋ ਸਾਹ ਦੀ ਕੀਮਤ ਕੀ ਹੈ, ਇੱਕ ਇੱਕ ਸਵਾਸ ਦੀ, ਇਹਦੀ ਕੋਈ ਕੀਮਤ ਹੀ ਕੋਈ ਨਹੀਂ। ਤੇ ਇਹਨਾਂ ਸਾਹਾਂ ਦੇ ਵੱਟੇ ਕੀ ਖਟਣਾ ਕੀ ਹੈ? ਇਹਨਾਂ ਸਵਾਸਾਂ ਦੇ ਬਦਲੇ, ਚੱਲ ਰਹੇ ਸਾਹ ਦੇ ਬਦਲੇ ਖਟਣਾ ਕੀ ਹੈ? ਇਹਦਾ ਜ਼ਿਕਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤਾ। ਕਹਿੰਦੇ ਜਿਹੜੇ ਭਾਈ ਹਨ ਸੇ ਭਾਈ ਸੇ ਸੱਜਣਾ, ਉਹਨਾਂ ਪਰਥਾਏ ਸਾਹਿਬ ਜੀ ਨੇ ਰਹਿਮਤ ਕੀਤੀ ਕਿ ਭਾਈ ਉਹਨਾਂ ਨੇ ਗੁਣਾਂ ਦੀ ਸਾਂਝ ਜਿੱਥੇ ਕੀਤੀ, ਉਹਨਾਂ ਨੇ ਸੱਚ ਵਣਜਿਆ, ਉਹਨਾਂ ਨੇ ਕੂੜ ਇਕੱਠਾ ਨਹੀਂ ਕੀਤਾ। ਇਹਨਾਂ ਕੀਮਤੀ ਸਵਾਸਾਂ ਦੇ ਬਦਲੇ ਉਹਨਾਂ ਨੇ ਗੁਣਾਂ ਨੂੰ ਇਕੱਤਰ ਕੀਤਾ ਹੈ। ਸੋਇਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੈ ਨਾ ਚੱਲਦਿਆਂ ਨਾਲ। ਸਾਹਿਬ ਜੀਆਂ ਨੇ ਹੁਣ ਦੂਸਰੇ ਪਾਸੇ, ਜਿੱਥੇ ਇੱਕ ਪਾਸੇ ਸੱਚੇ ਵਣਜਾਰੇ ਦੀ ਗੱਲ ਕੀਤੀ, ਧੰਨ ਗੁਰੂ ਅਮਰਦਾਸ ਜੀਆਂ ਨੇ ਇੱਥੇ ਨਾਲ ਝੂਠੇ ਵਣਜਾਰੇ ਦੀ ਵੀ ਗੱਲ ਕੀਤੀ। ਕਹਿੰਦੇ ਇੱਕ ਨੇ ਸੋਇਨਾ ਰੂਪਾ ਪਾਪ ਕਰ ਕਰ ਸੰਚੀਐ, ਪਾਪ ਕਰ ਕਰਕੇ ਇਕੱਠੀ ਕੀਤੀ, ਧਨ ਸੰਪਦਾ ਸੋਇਨਾ ਪੈਸਾ ਬੜਾ ਕੁਝ ਇਕੱਠਾ ਕੀਤਾ। ਤੇ ਕਹਿੰਦੇ ਦੱਸੋ ਭਾਈ ਕੀ ਉਹ ਅੰਤਮ ਸਮੇਂ ਨਾਲ ਉਹਦੇ ਚੱਲ ਪਿਆ? ਜਿਹੜਾ ਨਾਲ ਤੁਰਨਾ ਸੀ ਉਹ ਤਾਂ ਇਹਨੇ ਇਕੱਠਾ ਨਹੀਂ ਕੀਤਾ। ਜੋ ਘਰ ਛੱਡ ਗਵਾਵਣਾ ਤਿਸ ਲੱਗਾ ਮਨ ਮਾਹੇ, ਜਿੱਥਾ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੀਂ। ਜਿਹੜੇ ਤਾਂ ਘਰ ਛੱਡ ਕੇ ਚਲੇ ਜਾਣੇ ਸਨ, ਉਹਨਾਂ ਨੂੰ ਤਾਂ ਤੂੰ ਸਵਾਰਦਾ ਰਿਹਾ ਹੈ ਦਿਨ ਤੇ ਰਾਤ ਕਰਕੇ। ਜੀ ਅੱਜ ਮੇਰੀਆਂ ਇੰਨੀਆਂ ਮੈਂ ਡਬਲ ਸਟੋਰੀਆਂ ਬਣਾ ਲਈ, ਇੰਨੀ ਮੇਰਾ ਮਕਾਨ, ਇੰਨਾ ਮੈਂ ਰੱਖ ਲਿਆ। ਮਹਾਰਾਜ ਕਹਿੰਦੇ ਜੋ ਕਰ ਛੱਡ ਗਵਾਵਣਾ ਤਿਸ ਲੱਗਾ ਮਨ ਮਾਹੇ, ਜਿੱਥਾ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾ। ਭਾਈ ਉਸ ਘਰ ਦੀ ਵੀ ਥੋੜੀ ਬਹੁਤੀ ਤੂੰ ਚਿੰਤਾ ਆਪਣੇ ਚਿੱਤ ਵਿੱਚ ਰੱਖ, ਉਹਨੂੰ ਤੂੰ ਸੋਚਣਾ, ਉਹਨੂੰ ਵਿਹਾਜਨਾ ਕਰ। ਸੋਇਨਾ ਰੂਪਾ ਪਾਪ ਕਰ ਕਰ ਸੰਚੀਐ, ਕਿ ਚਲੇ ਨਾ ਚੱਲਦਿਆਂ ਨਾਲ, ਉਹ ਤਾਂ ਨਾਲ ਨਹੀਂ ਤੁਰਿਆ। ਬਿਨ ਨਾਵੈ ਨਾਲ ਨਾ ਚੱਲਸੀ, ਸਭ ਮੁੱਠੀ ਜਮਕਾਲ। ਜਮਾਨੇ ਠੱਗ ਲਈ ਰਾਹ ਦੇ ਅੰਦਰ, ਜੋ ਵੀ ਬਾਕੀ ਕੁਝ ਸੀ ਠੱਗ ਲਈ। ਬਿਨ ਨਾਵੈ ਨਾਲ ਨਾ ਚੱਲਸੀ, ਨਾਮ ਤੋਂ ਬਿਨਾ ਕੁਛ ਨਹੀਂ ਨਾਲ ਚੱਲਿਆ। ਮਨ ਕਾ ਤੋਸਾ ਹਰ ਨਾਮ ਹੈ, ਹਿਰਦੈ ਰੱਖੋ ਸੰਭਾਲ। ਭਾਈ ਉਹ ਤੋਸਾ ਖਜ਼ਾਨਾ ਕਿਹੜਾ ਹੈ? ਮਨ ਕਾ ਤੋਸਾ ਹਰ ਨਾਮ ਹੈ, ਹਰੀ ਦਾ ਨਾਮ ਉਹ ਤੋਸਾ ਹੈ। ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਹਰੀ ਦਾ ਨਾਮ ਉਥੇ ਤੇਰੇ ਵਾਸਤੇ ਤੋਸਾ ਹੈ। ਤੋਸਾ ਬੰਦ ਹੋ ਹਰ ਨਾਮ ਕਾ। ਤੋਸਾ ਕਹਿੰਦੇ ਖਜ਼ਾਨੇ ਨੂੰ, ਤੋਸਾ ਕਹਿੰਦੇ ਨੇ ਸਫਰ ਖਰਚ ਨੂੰ। ਜਿਹੜਾ ਨਾਲ ਤੇਰੇ ਤੁਰਨਾ ਹੈ ਭਾਈ ਉਹ ਹਰੀ ਦਾ ਨਾਮ ਹੈ। ਇਹੋ ਖਰਚ ਖੁੱਟ ਹੈ, ਗੁਰਮੁਖ ਨਿਭੈ ਨਾਲ। ਇਹ ਜਿਹੜਾ ਖਜ਼ਾਨਾ ਆ ਖੁੱਟ ਹੈ, ਮੁੱਕਦਾ ਨਹੀਂ, ਖਾਦਿਆਂ ਮੁੱਕਦਾ ਨਹੀਂ। ਗੁਰਮੁਖ ਨਿਭੈ ਨਾਲ, ਇਹੋ ਨਾਲ ਸਦੀਵੀ ਨਿਭਦਾ ਹੈ। ਇਹ ਮਨ ਮੂਲੋ ਭੁੱਲਿਆ, ਜਾਸੈ ਪਤ ਗਵਾਏ। ਸਜਣਾ ਤੂੰ ਮੂਲ ਤੋਂ ਭੁੱਲ ਗਿਆ ਹੈ, ਇਹ ਮਨ ਮੂਲੋਂ ਭੁੱਲਿਆ।
ਮੂਲ ਤੋਂ ਤੂੰ ਇਸ ਗੱਲ ਨੂੰ ਭੁੱਲ ਗਿਆ, ਆਪਣੀ ਇੱਜ਼ਤ ਪੱਤ ਗਵਾ ਰਿਹਾ ਹੈ। ਇਹੋ ਜਗਤ ਮੋਹੇ ਦੂਜੈ ਵਿਆਪਿਆ, ਗੁਰਮਤੀ ਸੱਚ ਧਿਆਏ। ਦੂਜੇ ਮੋਹੇ ਦੇ ਅੰਦਰ ਇਹ ਮੋਹ ਜਗਤ ਵਿਆਪਿਆ, ਇਹ ਮਨ ਮੂਲੋ ਭੁੱਲਿਆ, ਜਸ ਹੈ ਪਤ ਗਵਾਏ। ਆਪਣੀ ਇੱਜ਼ਤ ਪਤ ਤੂੰ ਗਵਾਈ, ਦੂਜੇ ਭਾਏ ਦੇ ਅੰਦਰ ਤੂੰ ਖਚਤ ਹੋ ਗਿਆ। ਗੁਰੂ ਦੀ ਮੱਤ ਲੈ ਕੇ ਸੱਚੇ ਨੂੰ ਧਿਆਉਣਾ ਕਰ। ਹਰ ਕੀ ਕੀਮਤ ਨਾ ਪਵੈ, ਹਰ ਜਸ ਲਿਖਣ ਨਾ ਜਾਏ। ਹਰੀ ਦਾ ਅੰਤ ਨਹੀਂ ਪਾ ਸਕਿਆ, ਹਰ ਕੀ ਕੀਮਤ ਨਾ ਪਵੈ, ਹਰ ਜਸ ਲਿਖਣ ਨਾ ਜਾਏ। ਹਰੀ ਦੇ ਭਾਵ ਜਿਵੇਂ ਆਪਾਂ ਸ਼ਬਦ ਪੜ੍ਹਨੇ ਹਾਂ, ਇੱਕ ਦੂਜੀ ਪਉ ਲੱਖ ਹੋ ਹੈ, ਲੱਖ ਹੋਵੈ ਲੱਖ 20, ਲੱਖ ਲੱਖ ਗੇੜਾ ਆਖੀਆ, ਇੱਕ ਨਾਮ ਜਗਦੀਸ਼। ਹਰੀ ਦੀ ਕੀਮਤ, ਹਰੀ ਦਾ ਅੰਤ ਨਹੀਂ ਕੋਈ ਪਾ ਸਕਿਆ। ਗੁਰ ਕੈ ਸ਼ਬਦ ਮਨ ਤਨ ਰਪੈ, ਹਰ ਸਿਉ ਰਹਿ ਸਮਾਏ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਜੁੜੇ, ਗੁਰ ਕਾ ਸ਼ਬਦ, ਗੁਰੂ ਦੇ ਸ਼ਬਦ ਦੇ ਨਾਲ ਮਨ ਤਨ ਰਪੈ, ਮਨ ਤਨ ਨੂੰ ਰੰਗ ਲਿਆ ਹੈ। ਹਰ ਸਿਉ ਰਹਿ ਸਮਾਏ, ਤਥਾ ਉਹ ਸਾਹਿਬ ਨਾਲ ਜੁੜ ਗਏ ਹਨ। ਸੋ ਸੋ ਮੇਰਾ ਰੰਗੁਲਾ, ਰੰਗੇ ਸਹਿਜ ਸੁਭਾਏ। ਉਹ ਸਾਹਿਬ ਮੇਰਾ ਸੱਚੇ ਪਾਤਸ਼ਾਹ, ਉਹ ਰੰਗਲਾ ਹੈ, ਰੰਗੇ ਸਹਿਜ ਸੁਭਾਏ। ਜਿਨ੍ਹਾਂ ਨੂੰ ਨੇ ਪ੍ਰੇਮ ਰੰਗ ਦੇ ਨਾਲ ਰੰਗ ਲਿਆ, ਤੇ ਦਿਨ ਤੇ ਰਾਤ ਉਹਦੀ ਬਖਸ਼ੀ ਹੋਈ ਆਤਮਕ ਅਡੋਲਤਾ ਆਨੰਦ ਦੇ ਅੰਦਰ ਉਹ ਵੀ ਜੀਵ ਰੰਗੇ ਰਹੇ, ਉਹ ਵੀ ਜੀਵ ਉਸ ਆਤਮਕ ਆਨੰਦ ਵਿੱਚ ਜੁੜੇ ਰਹੇ। ਕਾਮਲ ਰੰਗ ਤਾਂ ਚੜੈ, ਜਾ ਫਿਰ ਕੈ ਅੰਕ ਸਮਾਏ। ਹਾਂ, ਇਹ ਜੀਵ ਰੂਪੀ ਇਸਤਰੀ ਇਹ ਰੰਗ ਤਾਂ ਚੜੇਗਾ ਜੇ ਸਾਹਿਬ ਦੇ ਚਰਨੀ ਜੁੜ ਗਏ। ਚਿਰੇ ਵਿਚੁਨੇ ਭੇ ਮਿਲਨ, ਜੋ ਸਤਿਗੁਰ ਸੇਵਨ। ਅੱਜ ਕਹਿਣ ਲੱਗੇ ਭਾਈ, ਚਿਰੀ ਵਿਛੁੰਨੇ ਭੀ ਮਿਲਨ। ਡਰਨ ਵਾਲੀ ਗੱਲ ਨਹੀਂ ਵੀ ਇੰਨਾ ਚਿਰ ਹੋ ਗਿਆ ਵਿਛੋੜੇ ਨੂੰ, ਕੀ ਪਤਾ ਮਾਲਕ ਜੋੜੇ ਜਾਂ ਨਾ ਜੋੜੇ। ਮਹਾਰਾਜ ਕਹਿੰਦੇ ਉਹ ਵੀ ਜੁੜ ਗਏ ਜਿਹੜੇ ਚਿਰਾਂ ਤੋਂ ਵਿਛੜੇ ਹੋਏ ਸਨ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਨਾ, ਬਹੁਤ ਜਨਮ ਵਿਛਰੇ ਥੇ, ਮਾਧੋ ਕੋਈ ਅੱਜ ਦੇ ਨਹੀਂ। ਚਿਰੀ ਵਿਛੁੰਨੇ ਭੀ ਮਿਲਨ, ਜੋ ਸਤਿਗੁਰ ਸੇਵਨ। ਜਿਨ੍ਹਾਂ ਨੂੰ ਮਾਲਕ ਜੀ ਨੂੰ ਸੇਵਿਆ। ਅੰਤਰ ਨਵ ਨਿਧ ਨਾਮ ਹੈ, ਖਾਨ ਖਰਚਨ ਨਾਨੇ ਕੁੱਟਈ। ਹਰ ਗੁਣ ਸਹਿਜ ਰਵੰਨ। ਉਹਨਾਂ ਅੰਦਰ 9 ਖਜ਼ਾਨੇ ਹਨ। ਕਿੰਨਾ ਅੰਦਰ? ਜਿਨ੍ਹਾਂ ਸਾਹਿਬ ਦੇ ਨਾਮ ਨੂੰ ਸਿਮਰਿਆ। ਖਾਣ ਖਰਚਣ ਨਾਨ ਖੁੱਟਈ, ਉਹਨਾਂ ਖਾਦਾ ਖਰਚਿਆ ਨਾਨ ਖੁੱਟਈ, ਫਿਰ ਵੀ ਉਹ ਜਿਹੜਾ ਖਜ਼ਾਨਾ ਸੀ ਨਾ ਖਤਮ ਨਾ ਹੋਇਆ। ਹਰ ਗੁਣ ਸਹਿਜ ਰਵਨ, ਤਾਂ ਵੀ ਮਾਲਕ ਦੇ ਗੁਣਾ ਨਾਲ ਜੁੜੇ ਰਹੇ, ਸਾਹਿਬ ਦੇ ਗੁਣਾ ਨੂੰ ਸਿਮਰਦੇ ਰਹੇ। ਨਾ ਹੋਏ ਜਨਮ ਹੈ ਨਾ ਮਰਹਿ, ਨਾ ਹੋਏ ਦੁੱਖ ਸਹਨ। ਹੁਣ ਸਾਹਿਬ ਨੇ ਰਹਿਮਤ ਕੀਤੀ, ਨਾ ਹੋਏ ਜਨਮ ਹੈ, ਨਾ ਹੁਣ ਉਹ ਜਨਮ ਮਰਨ ਵਿੱਚ ਨਹੀਂ ਆਉਂਦੇ, ਨਾ ਹੀ ਉਹਨਾਂ ਨੂੰ ਕਿਸੇ ਪ੍ਰਕਾਰ ਕੋਈ ਦੁੱਖ ਸਹਿਣੇ ਪਏ। ਗੁਰ ਰਾਖੇ ਸੇ ਉਬਰੇ, ਹਰ ਸਿਉ ਕੇਲ ਕਰਨ। ਸਾਹਿਬ ਜੀਆਂ ਨੇ ਫਿਰ ਹੱਥ ਦੇ ਕੇ ਰੱਖ ਲਿਆ, ਜਿਹੜੇ ਗੁਰੂ ਵਾਲੇ ਹੋਏ, ਗੁਰੂ ਵੀ ਫਿਰ ਉਹਨਾਂ ਦਾ ਹੋਇਆ। ਗੁਰ ਰਾਖੇ ਸੇ ਉਬਰੇ, ਉਹ ਉਹਨਾਂ ਨੂੰ ਰੱਖ ਲਿਆ, ਤਥਾ ਉਹ ਉਬਰੇ ਹਨ, ਉਹ ਸੰਸਾਰ ਜਗਤ ਦੇ ਵਿੱਚ ਡੁੱਬਣੋਂ ਬਚ ਗਏ। ਸੱਜਣ ਮਿਲੇ ਨਾ ਵਿਛੜੈ, ਜੇ ਅਨ ਦਿਨ ਮਿਲੇ ਰਹਨ। ਸੱਜਣ ਮਿਲੇ, ਮਾਲਕ ਜੀਆਂ ਨੇ ਹੁਣ ਜੋੜ ਲਿਆ, ਨਾ ਵਿਛੜੈ। ਹੁਣ ਉਹ ਵਿਛੜਦੇ ਨਹੀਂ, ਜੇ ਅਨਦਿਨ ਮਿਲੇ ਰਹਨ, ਉਹ ਮਿਲੇ ਰਹੇ ਦਿਨ ਤੇ ਰਾਤ ਮਾਲਕ ਦੇ ਚਰਨ ਕਮਲਾਂ ਸੰਗ। ਇਸ ਜਗ ਮਹਿ ਬਿਰਲੇ ਜਾਣੀਐ, ਨਾਨਕ ਸੱਚ ਲਹਨ। ਹੁਣ ਮੇਰੇ ਸਾਹਿਬ ਜੀ ਅਖੀਰ ਵਾਲੀ ਪੰਕਤੀ ਵਿੱਚ ਰਹਿਮਤ ਕੀਤੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕਿਹੇ ਭਾਈ, ਇਹ ਜਿਹੜੀ ਬਖਸ਼ਿਸ਼ ਹੈ ਨਾ, ਇਸ ਜਗ ਮੈਂ ਵਿਰਲੇ ਜਾਣੀ ਹੈ। ਉਹ ਹੈਨ ਵਿਰਲੇ, ਨਾਹੀ ਘਣੇ ਫੈਲ ਫੱਕੜ ਸੰਸਾਰ। ਜਿਨ੍ਹਾਂ ਨੇ ਇਸ ਲਾਹੇ ਨੂੰ ਮਾਣਿਆ, ਜਿਨ੍ਹਾਂ ਨੇ ਸਾਹਿਬ ਜੀ ਦੀ ਇਸ ਬਖਸ਼ਿਸ਼ ਨੂੰ ਮਾਣਿਆ, ਇਸ ਜਗ ਮਹਿ ਵਿਰਲੇ ਜਾਣੀਏ, ਨਾਨਕ ਸੱਚ ਲਹਨ। ਜਿਨ੍ਹਾਂ ਨੇ ਸੱਚੇ ਸਾਹਿਬ ਦੇ ਨਾਮ ਨੂੰ, ਇਸ ਤੋਸੇ ਨੂੰ, ਮਾਲਕ ਜੀਆਂ ਦੇ ਨਾਮ ਨੂੰ ਜਿਨ੍ਹਾਂ ਨੇ ਵਿਹਾਜਿਆ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਕੁਝ ਇੱਕ ਆਕਾਰ ਵਿੱਚ ਲਮੇਰਾ ਹੈ, ਜਿਹਦੇ ਕਰਕੇ ਕੁਝ ਇੱਕ ਜਿਹੜਾ ਸਮਾਂ ਹੈ ਥੋੜਾ ਵਧੇਕ ਲਾਇਆ ਗਿਆ ਹੈ। ਸੋ ਸਾਧ ਸੰਗਤ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ।
ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ